सोरठ महला नावा। मन रे प्रभ की शरण विचारो। जेह सिमरत गन कासी उदरी। ताको जस उर तारो। मन रे प्रभ की शरण विचारो। जेह सिमरत गन कासी उदरी। ताको जस उर तारो। रहाओ अटल पयो त्रु जाकै सिमरन। अर निरभै पद पाया। दुख हरता एह बिद को स्वामी। तै काहे बिसराया। जब ही शरण गही कृपा निद। गज गराह ते छूटा। महिमा नाम कहाँ लो बरनो। राम कहत बंधन तेह टूटा। अजामल पापी जग जाने। निमख माहे निस्तारा। नानक कहत चेत चिंता मन। तै पी उतरह पारा। अजामल पापी जग जाने। निमख माहे निस्तारा। नानक कहत चेत चिंता मन। तै पी उतरह पारा। वाहिगुरु जी का खालसा वाहिगुरु जी की फतेह। गुरु रूप गुरु की साजी नवाजी। गुरु स्वरूप गुरु खालसा साध संगत जी। जिहड़ा है गुरु घर है ना, किसी एक व्यक्ति वास्ते नहीं, किसी एक कबीले वास्ते नहीं, ये सारियां दा साझा है। ते जिहड़ा जिहड़ा भी भावना करके गुरु के दर ते आया, ਉਹਨੂੰ सतगुरु पातशाह महाराज ने अपनी रहमतां नाल नवाज दिता। आपां कुछ सਮਾं पहलां वेखिया करोना की बीमारी आई। इत्थों तां लोकी कई लोग रोटी तो आतर हो गए, लेकिन गुरु के निशान साहब ने लोगों को आवाज़ां मारियां, भाओ भाई आओ जिहड़ा मन करके परेशान है वो गुरु की संगत विच आके सत नाल जुड़े। जिहड़ा तन करके भुखा है वो गुरु की पंगत विच बैठ करके अपने तन नूं तृप्त करे। ये आपां बहुते दिनां दी गल नहीं, कुछ महीने पहलां वेखिया। ये मेरे बेनती करन तो भाव जिहड़ा आपां फरमान सरवण कीता ना, ये सतगुरु पातशाह ने इलाहाबाद शब्द उचारण किया, जिन्हों किसी जमाने च पराग राज कहते सन। समय के नाल हुकूमत बदली, उस पराग राज का नाम बदल के इलाहाबाद कर दिता। जिवें अजकल भी सरकार ने ट्रेंड बनाया है भी अपने राजनीतिक बंदियां दे नां ते भावें कोई क्रिकेट का वड्डा हाल है तो उसके नां ते राजनीतिक बंदे फिट कर दिओ। ये दुखांत है, बदकिस्मती है, इस पासे मैं ना जावां।
ਦੀਨ ਦੁਨੀਆ ਦੇ ਮਾਲਕ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸੰਸਾਰ ਦੇ ਜੀਵਾਂ ਨੂੰ ਤਾਰਦੇ ਇਸ ਇਲਾਹਾਬਾਦ ਪ੍ਰਾਗਰਾਜ ਪਹੁੰਚੇ ਔਰ ਉੱਥੇ ਇੱਕ ਵਿਜੇ ਰਾਮ ਨਾਮ ਦਾ ਪੰਡਤ ਵਿਦਵਾਨ ਵੀਰ ਸਤਿਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ ਔਰ ਉਹਨੇ ਵੱਖ-ਵੱਖ ਸ਼ੰਕਾਵਾਂ, ਵੱਖ-ਵੱਖ ਮਨ ਦੇ ਦੁਖੜੇ ਸਤਿਗੁਰੂ ਪਾਤਸ਼ਾਹ ਦੇ ਅੱਗੇ ਰੱਖੇ ਤੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹਨੂੰ ਨਵਾਜਿਆ, ਉਹਦੇ ਨਾਲ ਰਹਿਮਤਾਂ ਕਰ ਦਿੱਤੀਆਂ। ਉਹਨਾਂ ਇਹ ਜਿਹੜੇ ਆਪਾਂ ਸ਼ਬਦ ਸਰਵਣ ਕੀਤਾ ਨਾ, ਇਹ ਸੋਠ ਰਾਗ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 12 ਸ਼ਬਦ ਹਨ ਔਰ ਇਹ ਉਸ ਵਿਜੇ ਰਾਮ ਪੰਡਤ ਨੂੰ ਮੁਖਾਤਬ ਕਰਕੇ ਉਚਾਰਨ ਕੀਤੇ। ਜਿਹੜਾ ਅੱਜ ਦਾ ਇਹ ਇਲਾਹੀ ਫਰਮਾਨ ਹੈ ਨਾ, ਉਸ ਪਰਮੇਸ਼ਰ ਦੇ ਪਿਆਰੇ ਵਿਜੇ ਰਾਮ ਪੰਡਤ ਨੇ ਬੇਨਤੀ ਕੀਤੀ, ਮਹਾਰਾਜ ਮੈਂ ਦੁਖੀ ਬੜਾ ਹਾਂ। ਜਦੋਂ ਆਪਾਂ ਦੁੱਖ ਦੀ ਗੱਲ ਕਰਦੇ ਆ ਨਾ, ਬਾਬਾ ਫਰੀਦ ਜੀ ਨੇ ਗੁਰੂ ਕੀ ਬਾਣੀ 'ਚ ਇੱਕ ਫਰਮਾਨ ਕੀਤਾ। ਉਹ ਕਹਿੰਦੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਕਰ ਕਰ ਇਹ ਹੱਗ। ਬਾਬਾ ਫਰੀਦ ਜੀ ਕਹਿੰਦੇ ਸਨ ਕਿ ਮੈਂ ਇਹ ਸਮਝਦਾ ਕਿ ਸ਼ਾਇਦ ਮੈਂ ਪਰੇਸ਼ਾਨ ਹੋਵਾਂ, ਮੈਂ ਦੁਖੀ ਹੋਵਾਂ, ਥੋੜਾ ਜਿਹਾ ਸਰੀਰ ਤੋਂ ਉੱਪਰ ਉੱਠ ਕੇ ਵੇਖਿਆ ਤੇ ਸਾਰੀ ਦੁਨੀਆ ਦੁਖੀ ਹੈ। ਆਪਣੇ ਕੋਲ ਬੇਅੰਤ ਉਦਾਹਰਨਾਂ ਨੇ। ਮਿੰਟਗੁਮਰੀ ਜ਼ਿਲ੍ਹੇ ਦੇ ਵਿੱਚ ਇੱਕ ਸਤਕਰਾ ਪਿੰਡ ਹੈ, ਉੱਥੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਗਏ। ਬੜਾ ਵੱਡਾ ਦਰਖਤ ਸੀ। ਹਜ਼ੂਰ ਨੇ ਉੱਥੇ ਆਸਣ ਕੀਤਾ ਤੇ ਸਾਹਮਣੇ ਇੱਕ ਸੇਠ ਦਾ ਬਹੁਤ ਵੱਡਾ ਹੱਟ ਸੀ। ਹੱਟ ਭਾਈ ਮਰਦਾਨਾ ਜੀ ਨੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ, ਪਤਾ ਨਹੀਂ ਇਸ ਆਦਮੀ ਨੇ ਕਿੰਨੇ ਕੁ ਪੁੰਨ ਕੀਤੇ ਹੋਣਗੇ, ਵੇਖੋ ਕਿੱਡਾ ਵੱਡਾ ਹੱਟ ਹੈ, ਕਿੰਨੇ ਨੌਕਰ ਚਾਕਰ ਉਹਦੇ ਅੱਗੇ ਅੱਗੇ ਫਿਰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ, ਮਰਦਾਨਿਆਂ ਢੱਕੀ ਰਿਝੇ ਤੇ ਕੋਈ ਨਾ ਬੁਝੇ। ਮਰਦਾਨਾ ਕਹਿਣ ਲੱਗਾ, ਪਾਤਸ਼ਾਹ ਮੈਂ ਹੁਕਮ ਨੂੰ ਸਮਝਿਆ ਨਹੀਂ। ਮੇਰੇ ਪਾਤਸ਼ਾਹ ਕਹਿੰਦੇ, ਸੇਠ ਨੂੰ ਜਾ ਕੇ ਮਰਦਾਨਿਆਂ ਜੇ ਮਨ ਨਹੀਂ ਮੰਨਦਾ ਤੇ ਪੁੱਛ ਲਾ। ਭਾਈ ਮਰਦਾਨਾ ਜੀ ਗਏ। ਸੇਠ ਨੇ ਪਰਮੇਸ਼ਰ ਦੇ ਪਿਆਰੇ ਜਾਣ ਕੇ ਸਤਿਕਾਰ ਕੀਤਾ ਤੇ ਕਹਿੰਦਾ, ਬਾਬਾ ਜੀ ਆਓ, ਜੀ ਆਇਆਂ ਨੂੰ ਹੁਕਮ ਕਰੋ। ਭਾਈ ਮਰਦਾਨਾ ਜੀ ਕਹਿਣ ਲੱਗੇ, ਸੇਠਾ ਮੈਂ ਤੇਰੇ ਕੋਲ ਕੁਝ ਲੈਣ ਲਈ ਨਹੀਂ ਆਇਆ, ਪਰ ਮੇਰੇ ਮਨ ਵਿੱਚ ਵਿਚਾਰ ਆਇਆ, ਤੂੰ ਬੜੇ ਪੁੰਨ ਕੀਤੇ ਹੋਣਗੇ, ਤੂੰ ਬੜਾ ਸੁਖੀ ਹੈ। ਮੇਰਾ ਅੰਦਾਜ਼ਾ ਠੀਕ ਹੈ ਗਲਤ? ਸੇਠ ਗੱਦੀ ਤੇ ਬੈਠਾ ਸੀ, ਪੁੱਬਾਂ ਮਾਰ ਕੇ ਰੋ ਪਿਆ। ਕਹਿਣ ਲੱਗਾ, ਪਾਤਸ਼ਾਹ ਮੈਂ ਕੀ ਕਰਾਂ, ਮੈਨੂੰ ਦੁਨੀਆ ਦੀ ਹਰ ਸੁੱਖ ਸਹੂਲਤ ਹੈ, ਪਰ ਮੇਰੀ ਧਰਮ ਪਤਨੀ ਜਿੰਨਾ ਮੈਨੂੰ ਪਰੇਸ਼ਾਨ ਕਰਦੀ, ਇਹਦੇ ਤੋਂ ਵੱਡਾ ਦੁੱਖ ਮੈਨੂੰ ਕੋਈ ਨਹੀਂ, ਤੇ ਮੈਂ ਕਿਹਦੇ ਕੋਲ ਦੱਸਾਂ। ਉਸ ਮੌਕੇ ਗੁਰਦੇਵ ਨੇ ਨਾਲ ਹੀ ਉਹ ਭਾਈ ਮਰਦਾਨੇ ਦੇ ਉੱਠ ਕੇ ਤੇ ਗੁਰੂ ਕੇ ਚਰਨਾਂ ਤੇ ਟਹਿ ਪਿਆ। ਇੱਕਦਮ ਪੁੱਬਾਂ ਨਿਕਲ ਗਈਆਂ ਤੇ ਮੇਰੇ ਪਾਤਸ਼ਾਹ ਨੇ ਉਹਦੇ ਪ੍ਰਥਾਏ ਸ਼ਬਦ ਉਚਾਰਨਾ ਕੀਤਾ, ਬੇਅੰਤ ਉਦਾਹਰਨਾਂ ਦੇ ਕੇ ਵੀ ਸੇਠਾ ਘਬਰਾ ਨਾ, ਬਹੁਤ ਦੁਨੀਆ ਦੁਖੀ ਹੈ। ਔਰ ਉਹਦੀਆਂ ਅਖੀਰਲੀਆਂ ਪੰਕਤੀਆਂ ਸਾਨੂੰ ਸਾਰਿਆਂ ਨੂੰ ਕੰਠ ਨੇ, ਨਾਨਕ ਦੁਖੀਆ ਸਭ ਸੰਸਾਰ। ਇਸ ਸਟੇਜ ਤੋਂ ਆਪਣੀ ਕੌਮ ਦੇ ਮਹਾਨ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਰਾਂ ਨੇ ਇੱਕ ਬਹੁਤ ਸੁੰਦਰ ਜ਼ਿਕਰ ਕੀਤਾ ਸੀ ਇਹਦੇ ਸੰਬੰਧ ਵਿੱਚ, ਮੈਨੂੰ ਚੇਤੇ ਹੈ। ਕਹਿੰਦੇ, ਅੱਗੇ ਅੱਗ ਬਲਦੀ ਸੀ, ਧੂਆਂ ਨਿਕਲਣ ਕਰਕੇ ਤੇ ਪਤਾ ਚੱਲਦਾ ਸੀ ਵੀ ਇੱਥੇ ਕੋਈ ਪਿੰਡ ਵਸਦਾ ਕੋਈ ਹੋਵੇਗਾ। ਅੱਗ ਅੱਜ ਵੀ ਬਲਦੀ ਹੈ, ਲੇਕਿਨ ਹੁਣ ਬਾਲਣ ਨਹੀਂ, ਪਾਥੀਆਂ ਨਹੀਂ, ਲੱਕੜਾਂ ਨਹੀਂ, ਹੁਣ ਗੈਸ ਦੇ ਸਿਲੰਡਰ ਆਏ ਨੇ। ਅੱਗ ਬਲਦੀ ਪਰ ਬਾਹਰ ਧੂਆਂ ਨਹੀਂ ਨਿਕਲਦਾ। ਇਹ ਮਸਕੀਨ ਸਾਹਿਬ ਦਾ ਦ੍ਰਿਸ਼ਟਾਂਤ ਇੱਥੋਂ ਦਾ।
ਕਹਿੰਦੇ ਇਸ ਕਰਕੇ ਬੰਦੇ ਅੱਜ ਵੀ ਦੁਖੀ ਨੇ, ਲੇਕਿਨ ਦੂਜੇ ਨਾਲ ਗੱਲ ਨਹੀਂ ਤਾਂ ਨਹੀਂ ਕਰਦੇ ਵੀ ਜੇ ਮੈਂ ਗੱਲ ਕੀਤੀ ਤੇ ਮੈਨੂੰ ਇਹ ਭੰਡੇਗਾ, ਮਨਾਂ ਵਿੱਚ ਹੀ ਪੀਲਾ। ਔਰ ਇਸ ਕਰਕੇ ਸਾਨੂੰ ਹਾਰਟ ਅਟੈਕ ਦੇ ਸਾਡੇ ਕਦੇ ਬ੍ਰੇਨ ਹੈਮਰੇਜ ਹੋ ਜਾਂਦਾ ਹੈ। ਅੱਗੇ ਅਸੀਂ ਕਿਸੇ ਕੋਲ ਗੱਲ ਕਰਨੀ, ਲੋਕਾਂ ਨੇ ਹਮਦਰਦੀ ਦੇਣੀ, ਹੌਸਲਾ ਦੇਣਾ, ਭਾਈ ਕੋਈ ਨਹੀਂ ਵਾਹਿਗੁਰੂ ਭਲਾ ਕਰੇਗਾ, ਮੈਨੂੰ ਹੁਕਮ ਕਰਕੇ ਮੈਂ ਤੇਰੀ ਮਦਦ ਕੀ ਮਦਦ ਕਰਾਂ। ਹੁਣ ਅਸੀਂ ਕਿਸੇ ਕੋਲ ਆਪਣਾ ਦੁੱਖ ਰੋਨੇ ਆ, ਉਹ ਹਮਦਰਦੀ ਕਰਨ ਦੀ ਬਜਾਏ ਲੋਕਾਂ ਕੋਲ ਜਾ ਕੇ ਗੱਲਾਂ ਕਰਦਾ, ਵੱਡਾ ਫੰਨੇ ਖਾਂ ਬਣਿਆ ਫਿਰਦਾ, ਇਹਦੇ ਕਰ ਆਹ ਗੱਲ ਹੈ। ਉਹ ਆਪਣੀ ਇਸ ਭੰਡੀ ਤੋਂ ਡਰਦਾ, ਆਪਣੇ ਅੰਦਰ ਹੀ ਦਰਦ ਪੀ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਹੈ। ਗੁਰੂ ਕਿਰਪਾ ਕਰੇ ਕਿਤੇ ਸਾਡੇ ਅੰਦਰ ਹਮਦਰਦੀ ਆਵੇ। ਉਸ ਪੰਡਤ ਵਿਜੇ ਰਾਮ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਮੈਂ ਬੜਾ ਦੁਖੀ ਆ। ਸਤਿਗੁਰੂ ਪਾਤਸ਼ਾਹ ਨੇ ਉਹਨੂੰ ਹੌਸਲਾ ਦਿੱਤਾ ਔਰ ਉਹਦੇ ਪਰਥਾਏ ਜਿਵੇਂ ਉਹਨੂੰ ਸਮਝਾਉਣ ਲਈ ਸਤਿਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ। ਤੇ ਆਪਣੇ ਵਿੱਚੋਂ ਵੀ ਆਪਾਂ ਸਾਰੇ ਦੁਖੀ, ਕੋ ਕਿਸੇ ਕਾਰਨ ਕਰਕੇ, ਕੋ ਮਨ ਕਰਕੇ ਦੁਖੀ, ਕੋ ਤਨ ਕਰਕੇ ਦੁਖੀ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤਾਂ ਕਰਨ। ਆਪਾਂ ਇਕਾਗਰਤਾ ਵਾਲੀ ਗੁਰੂ ਕੇ ਚਰਨਾਂ 'ਚ ਅਰਦਾਸ ਕਰੀਏ ਤੇ ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਮਨ ਰੇ ਪ੍ਰਭ ਕੀ ਸਰਣ ਵਿਚਾਰੋ। ਗੁਰਮੁਖੋ ਜਿਹੜਾ ਪਾਵਨ ਸ਼ਬਦ ਹੈ ਨਾ, ਜਿਹੜੀ ਪਹਿਲੀ ਪੰਕਤੀ ਨੂੰ ਗ੍ਰਾਮਰ ਦੇ ਮੁਤਾਬਕ ਕਵਾਂਗੇ ਸੰਬੋਧਨ ਵਾਚਕ। ਜਿਵੇਂ ਆਪਾਂ ਆਮ ਕਰਕੇ ਕਹਿੰਦੇ ਕਿਧਰ ਫਿਰਦਾ ਭਾਈ, ਅਰੇ ਆਪ ਕਿਧਰ ਜਾਤੇ ਹੋ, ਆਪਾਂ ਆਮ ਵੇਨੇ ਆ। ਉਹ ਇਹ ਕਹਿਣਾ, ਅਰੇ ਕਹਿਣਾ, ਇਹਨੂੰ ਕਹਿੰਦੇ ਨੇ ਸੰਬੋਧਨ ਵਾਚਕ। ਗ੍ਰਾਮਰ ਦੇ ਨਿਯਮ ਨੇ ਮਨ ਰੇ, ਉਹ ਮਨਾ ਤੇ ਅੱਗੋਂ ਮਨ ਨੇ ਆਖਿਆ ਜੀ ਹੁਕਮ ਕਰੋ ਕਿਵੇਂ ਬੁਲਾਇਆ ਜੇ। ਇੱਥੇ ਅਗਲੇ ਸ਼ੰਕਾ ਆਵੇਗਾ ਵੀ ਮਨ ਨੂੰ ਆਵਾਜ਼ ਕਿਉਂ ਮਾਰੀ, ਮਨ ਕਿਤੇ ਹੋਰ ਹੈ। ਇਹਦਾ ਜਵਾਬ ਇਹ ਹੈ ਵੀ ਆਪਾਂ ਤਨ ਕਰਕੇ ਇੱਥੇ ਬੈਠੇ ਤੇ ਗੁਰਮੁਖੂ ਮਨ ਪ੍ਰਦੇਸ਼ਾਂ 'ਚ ਤੋੜਿਆ ਫਿਰਦਾ ਜੀ। ਮਨ ਪ੍ਰਦੇਸ਼ਾਂ 'ਚ ਮੈਂ ਕਈ ਵਾਰ ਇੱਥੇ ਦ੍ਰਿਸ਼ਟਾਂਤ ਦਿੰਦਾ ਹੈ, ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਨਾ, ਇਹਨਾਂ ਦੇ ਬਾਰੇ ਅਸੀਂ ਸਕੂਲੇ ਪੜ੍ਹਿਆ ਸੀ ਵੀ 1,86,000 ਮੀਲ ਪ੍ਰਤੀ ਸੈਕਿੰਡ ਇਹ ਸੂਰਜ ਦੀ ਕਿਰਨ ਦੀ ਰਫ਼ਤਾਰ ਹੈ। ਇਹ ਪੜ੍ਹਾਇਆ ਗਿਆ ਸਕੂਲੇ। ਸੂਰਜ ਦੀ ਕਿਰਨ ਜਿਹੜੀ ਹੈ ਨਾ, ਇਹਦੀ ਰਫ਼ਤਾਰ 1,86,000 ਮੀਲ ਪ੍ਰਤੀ ਸੈਕਿੰਡ ਤੇ 8 ਮਿੰਟਾਂ ਵਿੱਚ ਧਰਤੀ ਤੇ ਆਉਂਦੀ ਹੈ। ਪਰ ਜੇ ਵੇਖਿਆ ਜਾਏ ਨਾ ਤੇ ਮਨ ਦੀ ਰਫ਼ਤਾਰ ਸੂਰਜ ਦੀ ਕਿਰਨ ਦੇ ਨਾਲੋਂ ਵੀ ਤੇਜ਼ ਹੈ। ਆਪਾਂ ਇੱਥੇ ਬੈਠੇ ਹਾਂ, ਮਨ ਅਮਰੀਕਾ ਵਿੱਚ ਘੁੰਮਦਾ, ਪਤਾ ਨਹੀਂ ਕਿੱਥੇ ਕਿੱਥੇ ਦੌੜਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਮਨ ਦੀ ਹਾਜ਼ਰੀ ਲਵਾ, ਪਹਿਲਾਂ ਮਨ ਨੂੰ ਬੁਲਾ, ਕਿਉਂਕਿ ਇਹ ਸਤ ਸੰਗ, ਇਹ ਗੁਰਮਤਿ ਸਮਾਗਮ, ਇਹ ਨਾਮ ਚਰਚਾ, ਇਹ ਜੋ ਕੁਝ ਹੈ ਨਾ, ਇਹ ਮਨ ਦੇ ਪਰਤਾਏ ਤੇ ਜਿਹਨੂੰ ਸਮਝਾਉਣਾ। ਜੇ ਮਨ ਇੱਥੇ ਰਿਹਾ ਨਾ ਤੇ ਗੱਲ ਕਰਾਂਗੇ ਕਿਹਦੇ ਨਾਲ। ਇਸ ਕਰਕੇ ਪਹਿਲਾਂ ਮਨ ਨੂੰ ਲਿਆ। ਇਹ ਮਨ ਦੀ ਗੈਰ ਹਾਜ਼ਰੀ ਤਕਰੀਬਨ ਬਣੀ ਰਹਿੰਦੀ ਹੈ। ਗੁਰਮਤਿ ਵਿੱਚ ਆਪਾਂ ਜਦੋਂ ਵੀ ਬਾਜਦੇ ਹਾਂ ਨਾ, ਆਪਾਂ ਰੋਜ਼ਾਨਾ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਸੁਣਦੇ ਹਾਂ, ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮੇਰੇ ਮਾਲਕ ਕਹਿੰਦੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਤੂੰ ਤਾਂ ਸਿਨੇਮਿਆਂ 'ਚ ਘੁੰਮਦਾ ਹੈ, ਤੂੰ ਤਾਂ ਨਿੰਦਿਆ ਤੇ ਚੁਗਲੀ ਵਿੱਚ ਫਿਰਦਾ ਹੈ। ਜੇ ਕੁਝ ਖਟਣਾ ਤੇ ਰੱਬ ਨਾਲ ਰਹੋ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਜੇ ਤੂੰ ਰੱਬ ਨਾਲ ਹੋ ਜਾਏ ਨਾ, ਦੁੱਖ ਸਭ ਵਿਸਾਰਨਾ, ਤੈਨੂੰ ਦੁੱਖ ਭੁੱਲ ਜਾਣ। ਹਰੀ ਦੇ ਨਾਲ ਰਹਿੰਦਾ ਸੀ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਬਾਬਾ ਮਨੀ ਸਿੰਘ, ਤੇ ਜਲਾਦ ਨੇ ਗੁੱਟ ਦੇ ਵਾਰ ਕੀਤਾ ਤੇ ਬਾਬਾ ਮਨੀ ਸਿੰਘ ਕਹਿਣ ਲੱਗਾ, ਮਿੱਤਰਾ ਗਲਤੀ ਨਾ ਕਰ। ਇਹ ਕਿਹਨਾਂ ਦੀ ਗੱਲ ਹੈ? ਜਿਹੜੇ ਮਨ ਕਰਕੇ ਜੁੜੇ ਹੋਏ ਨੇ।
92 ਸਾਲ ਦਾ ਬਜ਼ੁਰਗ ਦਰਬਾਰ ਸਾਹਿਬ ਦਾ ਗ੍ਰੰਥੀ ਤੇ ਜਲਾਦ ਨੂੰ ਕਹਿੰਦਾ, ਮਿੱਤਰਾ ਥੋੜਾ ਜਿਹਾ ਸਿਆਣਪ ਤੋਂ ਕੰਮ ਲੈ। ਜਲਾਦ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ, ਟੋਕਾ ਉਹਦੇ ਹੱਥ ਵਿੱਚ ਹੈ। ਜਦੋਂ ਤਾਂ ਝਾਕਿਆ ਨਾ ਤੇ ਬਾਬਾ ਮਨੀ ਸਿੰਘ ਕਹਿਣ ਲੱਗੇ, ਮਿੱਤਰਾ ਤੇਰੇ ਮਾਲਕ ਦੀ ਆਗਿਆ ਵੀ ਤੂੰ ਬੰਦ ਕੱਟੇ, ਤੇ ਬੰਦ ਗੁੱਟ ਤੋਂ ਆਰੰਭ ਨਹੀਂ ਹੁੰਦਾ, ਬੰਦ ਪੋਟਿਆਂ ਤੋਂ ਆਰੰਭ ਹੁੰਦਾ ਹੀ। ਡਰ ਨਹੀਂ। ਇਹ ਕਿਹਨਾਂ ਦੀ ਗੱਲ? ਜਿਹੜੇ ਹਰੀ ਦੇ ਨਾਲ ਹਨ। ਆਪਾਂ ਤਨ ਕਰਕੇ ਗੁਰਮੁਖ ਆਮ ਆਪਾਂ ਗੁਰਦੁਆਰੇ ਸਾਹਿਬ ਆਉਣੇ, ਗੁਰੂ ਸਾਡੇ ਤੇ ਮਿਹਰਾਂ ਕਰੇ, ਕਿਰਪਾ ਕਰੇ। ਸਾਡਾ ਤਨ ਇੱਥੇ ਹੁੰਦਾ ਤੇ ਮਨ ਪ੍ਰਦੇਸ਼ ਵਿੱਚ ਘੁੰਮਦਾ ਹੈ। ਇਤਿਹਾਸ ਵਿੱਚ ਇੱਕ ਸਾਖੀ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਮੇਂ ਦੀ। ਦਮਦਮਾ ਸਾਹਿਬ ਮੇਰੇ ਸਤਿਗੁਰੂ ਪਾਤਸ਼ਾਹ ਸਾਬੋ ਕੀ ਤਲਵੰਡੀ ਨੂੰ ਭਾਗ ਲਾ ਰਹੇ ਨੇ, ਤੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਬਣ ਗਿਆ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਨਾਲ, ਤਖਤ ਬਣ ਗਿਆ। ਪੰਜੀ ਸਿੰਘ ਸਤਿਗੁਰੂ ਪਾਤਸ਼ਾਹ ਦੀ ਸੇਵਾ ਦੇ ਵਿੱਚ ਪਹਿਰੇ ਦੀ ਸੇਵਾ ਕਰਦੇ, ਤੇ ਗੁਰਮੁਖੋ ਸਾਰਿਆਂ ਤੋਂ ਵੱਡਾ ਸਾਡਾ ਮਨ ਹੈ। ਜਿਹੜਾ ਆਪਾਂ ਕਹਿੰਦੇ ਫਲਾਣੇ ਦੀ ਮੇਰੇ ਨਾਲ ਲੱਗਦੀ ਹੈ, ਫਲਾਣਾ ਚੁੱਭਦਾ ਹੈ, ਸਾਨੂੰ ਭੁਲੇਖਾ ਹੈ। ਸਾਰਿਆਂ ਤੋਂ ਵੱਡਾ ਸਾਡਾ ਮਨ ਦੁਸ਼ਮਣ ਹੈ। ਇੱਕ ਹਿੰਦੁਸਤਾਨ ਦਾ ਰਾਜਾ ਹੋਇਆ, ਰਾਜਾ ਭਰਥਰੀ। ਉਹਨੇ ਗ੍ਰੰਥ ਲਿਖਿਆ ਵਿਰਾਗ ਸ਼ਤਕ। ਉਸ ਵਿਰਾਗ ਸ਼ਤਕ ਦੇ ਵਿੱਚ ਉਹਦੀਆਂ ਪੰਕਤੀਆਂ ਮੈਂ ਪੜ੍ਹੀਆਂ ਨੇ। ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਇਹਦਾ ਅਰਥ ਕੀ ਹੈ? ਰਿਪ ਕਹਿੰਦੇ ਦੁਸ਼ਮਣ ਨੂੰ। ਬਾਬਾ ਭਰਥਰੀਨਾਥ ਕਹਿੰਦਾ, ਭਾਈ ਜੇ ਮਨ ਰੂਪੀ ਦੁਸ਼ਮਣ ਜਿੱਤਿਆ ਗਿਆ, ਦੁਨੀਆ ਜਿੱਤੀ ਗਈ, ਤੇ ਜੇ ਤੇਰਾ ਮਨ ਰੂਪੀ ਵੈਰੀ ਜਿੰਦਾ ਤੇ ਤੇਰੇ ਕੋਲ ਕੱਖ ਨਹੀਂ ਬਣਿਆ। ਇਹ ਪੰਕਤੀਆਂ ਦਾ ਅਰਥ ਹੈ ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਤੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਕਲੀਅਰ ਕੱਟ ਆਖਿਆ, ਪਰ ਜਾਨਾ ਪੜ੍ਹਦਿਆਂ ਮਨ ਜੀਤੇ ਜਗ ਜੀਤ। ਜੇ ਤੂੰ ਮਨ ਨੂੰ ਜਿੱਤ ਲੈ ਤੇ ਦੁਨੀਆ ਜਿੱਤ ਲੈ, ਪਰ ਮਨ ਜਿੱਤਿਆ ਨਹੀਂ ਜਾਣਾ। ਪੰਜੀ ਸਿੰਘ ਪਹਿਰਾ ਦਿੰਦੇ, ਸੇਵਾ ਕਰਦੇ, ਤੇ ਮਨ ਦਾ ਤਾਂ ਸੁਭਾਅ ਹੀ ਹੈ ਨਾ। ਉਹਨਾਂ 'ਚੋਂ ਅੱਧੇ ਕਹਿਣ ਲੱਗੇ ਵੀ ਲਾਗੇ ਜੇ ਪਿੰਡ ਵਿੱਚ ਰਾਸ ਧਾਰੀਏ ਆਏ ਨੇ ਤੇ ਆਪਾਂ ਰਾਸ ਨਾ ਵੇਖ ਆਈਏ। ਨਾਲਦਿਆਂ ਨੂੰ ਕਹਿਣ ਲੱਗੇ ਵੀ ਸਿੰਘੂ ਆਪਾਂ ਇੱਥੇ ਬੂਹ ਤੇ ਕੀ ਕਰਦੇ ਹਾਂ, ਤੇ ਤੁਸੀਂ ਚੇਤ ਰਿਹਾ ਜੇ ਤੁਸੀਂ ਇੱਥੇ ਪਹਿਰਾ ਦਿਓ ਤੇ ਅਸੀਂ ਰਾਸ ਵੇਖ ਆਈਏ। ਇਹ ਇਤਿਹਾਸਕ ਸਾਖੀ ਬੇਨਤੀ ਕਰਾਂ, ਇਤਿਹਾਸ ਕੋਲੋਂ ਢਕੌਂਚਲਾ ਨਹੀਂ ਘੜਿਆ। ਚਲੇ ਗਏ, ਰਾਸ ਵੇਂਦੇ ਨੇ, ਪਰ ਮਨ ਕੰਬਦਾ। ਕਹਿਣ ਲੱਗੇ ਆ ਤਾਂ ਗਏ, ਪਰ ਬਾਜਾਂ ਵਾਲੇ ਨੂੰ ਕਿਹੜੀ ਭੁੱਲ ਹੈ, ਗਲਤੀ ਕਰ ਬੈਠੇ ਆ ਤਾਂ ਗਏ ਆ, ਤੇ ਬਾਜਾਂ ਵਾਲਾ ਅੰਦਰ ਦੀ ਜਾਣਦਾ, ਤੇ ਸਵੇਰੇ ਮੂੰਹ ਕੀ ਵਿਖਾਵਾਂਗੇ। ਤੇ ਜਿਹੜੇ ਪਹਿਰੇ ਤੇ ਆਕੜ ਕੇ ਖਲੋਤੇ ਨੇ ਕਹਿਣ ਲੱਗੇ ਜੇ ਚਲੇ ਜਾਂਦੇ ਤੇ ਗੁਰਦੇਵ ਨੂੰ ਕੀ ਪਤਾ ਚੱਲਣਾ ਸੀ, ਰੌਣਕ ਮੇਲਾ ਵੇਖ ਆਉਂਦੇ। ਦਿਨ ਚੜ੍ਹਿਆ, ਦੀਵਾਨ ਲੱਗਾ, ਤੇ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਇੱਕ ਸਿੰਘ ਨੇ ਬੇਨਤੀ ਕੀਤੀ, ਪਾਤਸ਼ਾਹ ਸੀ ਬੁਝਾਰਤ ਸਮਝੇ ਨਹੀਂ। ਗੈਰ ਹਾਜ਼ਰ ਹਾਜ਼ਰ ਤੇ ਹਾਜ਼ਰ ਗੈਰ ਹਾਜ਼ਰ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਿਹੜੇ ਰਾਤ ਪਹਿਰੇ ਤਨ, ਉਹਨਾਂ ਨੂੰ ਕਹਿਣ ਲੱਗੇ ਇਹਨਾਂ ਨੂੰ ਪੁੱਛ ਲਾ। ਵਿਚਾਰੇ ਚੁੱਪ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜਿਹੜੇ 12 ਗਏ ਸਨ, ਸਰੀਰ ਕਰਕੇ ਚਲੇ ਤਾਂ ਗਏ, ਪਰ ਰਹਿ ਸਾਡੇ ਕੋਲ ਵੀ ਸਾਥੋਂ ਗਲਤੀ ਹੋ ਗਈ। ਉਹ ਸਰੀਰ ਉੱਥੇ ਸੀ ਪਰ ਮਨ ਇੱਥੇ ਸੀ। ਤੇ ਜਿਹੜੇ ਇੱਥੇ ਸਨ ਉਹ ਕਹਿੰਦੇ ਸਨ ਵੀ ਸਤਿਗੁਰੂ ਪਾਤਸ਼ਾਹ ਬਰਾਜੇ ਨੇ, ਇਹਨਾਂ ਨੂੰ ਕੀ ਪਤਾ ਚੱਲਣਾ ਹੈ, ਮਨਾ ਰੌਣਕ ਮੇਲਾ ਵੇਖ ਹੀ ਆਉਂਦੇ। ਆਪਾਂ ਵੀ ਕਈ ਵਾਰ ਇੱਥੇ ਆਉਂਦੇ ਆ ਨਾ, ਆ ਵੇਖੀਦਾ ਸੰਗਤ ਵਿੱਚ ਬੈਠੇ ਹੋਣੇ ਤੇ ਗੱਲਾਂ ਵੀ ਫਲਾਣੇ ਦਾ ਕੀ ਬਣਿਆ, ਉਹ ਕਿੱਧਰ ਆਇਆ। ਚਰਨਾਂ ਵਿੱਚ ਸਿਰ ਆ ਕੇ ਬੇਨਤੀ ਕਰਦਾ, ਗੁਰਮੁਖੋ ਇਹ ਮਨੁੱਖਾ ਜਨਮ ਕੀਮਤੀ ਹੀਰੇ ਹੈ, ਗੱਲਾਂ ਤੇ ਨਿੰਦਿਆ ਕਰਕੇ ਇਹਨੂੰ ਕੌਡੀਆਂ ਦੇ ਭਾਅ ਗਵਾਇਆ ਨਾ ਕਰੀਏ।
ये निमरता सहित बेनती है। मनुखा जन्म जिहड़ा सवास है ना, बड़ा बकीमती है, तो इनू लोगों की निंदिया चुगली करके ते बाकी विहार दीयां गल्लां करके गुरु जी हजूरी विच इहनूं गवाया ना करिए। रहो विचार मन रे प्रभ की सरन विचारो। हे मेरे मना, वाहिगुरू की शरण विच किवें आउणा है, ये अपनी विचार करना कर। ये शरण विच आउण दे संबंध विच अगे सतगुरु पातशाह ने जिवें उदाहरणां दित्तियां ने, सरवण करिए जी। जेह सिमरत गन कासी उदरी। सतगुरु पातशाह ने इत्थे उदाहरण दित्ते, कहंदे सिमरन करिया कर। तो फिर आपां पुछया भी पातशाह सिमरन किवें कीता जाए। उस विजरा पंडित ने भी आख्या भी पातशाह मैनूं समझ नहीं पई भी सिमरन किवें करीदा है। असी सिख जगत विच भाई साहब भाई गुरदास दीयां वारां नूं, उन्हां दे सवैयां नूं कहने बाणी दी कुंजी। उन्होंने बड़े बड़े कंपलीकेटड, बड़े बड़े औखे नुकते बहुत सादे आम सादे ढंग नाल समझाए ने। जो सिमरन की गल पढ़ी दी है ना, तो भाई साहब भाई गुरदास ने एक पंक्ति लिखी, कहते कच्छू आंडा ध्यान धर कर परपक नदी विच आणे। कच्छू कुंमे ने बरेती विच आंडा दिता, वो पानी विच भी रहिंदा ते बाहर भी रहिंदा, पर ओदी सुरती करके वो आंडा पक गया ते ओदे चों बच्चा निकल आया। कच्छू आंडा ध्यान धर कर परपक नदी विच आणे, कूंज हृदय सिमरन करे लै बच्चा उड़दी असमाने। आप रोजाना भी शाम को भी पाठ करते, ऊड़ ऊड़ आवे सै कोसां तिस पाछे बचने शरिया, तिन कमन खिलावे कमन चुगावे मन में सिमरन करया। सिमरन विच इन्नी ताकत है। भाई जी कहते कच्छू आंडा ध्यान धर कर परपक नदी विच आणे, कूंज हृदय सिमरन करे लै बच्चा उड़दी असमाने। बत्तक बच्चा तुरतरा जल तर वरते सहज समाने। सुनिया तजर्बा नहीं, जिहड़ी बतक है ना, ये अपने आंडियां ते नहीं बहिंदी। हुण तां बड़ा कुछ विग्यान दे नाल बदल गया। अगे आम करके कुकड़ी दे आंडे उहदे थल्ले पाउणे, 21 ते 22 दिनां दी दरमियानी रात नूं उन्हां आंडियां चों चूचे निकलदे सन। मां दी हीट दे नाल, कुकड़ी दी हीट दे नाल वो आंडे पक जांदे। ते जिहड़े बतक वाले हुंदे सन, क्योंकि बतक आंडियां ते बहिंदी नहीं, बतक दे आंडे भी उस मुर्गी दे थल्ले पाए जाने। जदों टाइम दे नाल वो बतक दे बच्चे निकलदे ते मुर्गी दे मगर मगर जांदे ने। छप्पड़ ते पानी दे कोल आउण करके ਜਿਹੜੇ मुर्गी ਦੇ चूचे थानू पिछे मुड़ गए तो बतक का बच्चा तर के अपनी मां को चला गया। उन्होंने किसी दसिया नहीं भी तेरी मां है, कोई सरनामा नहीं। लेकिन भाई गुरदास कहते वेखो रब दे रंग, मां दे सिमरन करके भावें वो मुर्गी दे थल्लियों आंडियां चों निकलिया पर मां को फिर भी चला गया। ये सिमरन की ताकत। सो ये सारियां उदाहरणा मैं समय की मजबूरी करके दे नहीं सकता। मेरे पातशाह कहते जिहदे सिमरन करके गणका का कल्याण हो गया। गणका का भाव हुंदा वेसवा, जिहड़ी मंद कर्म करके ते पैसे कमाउंदी सी। ਇਹਦੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਨੇ ਇਹਦਾ ਖੁਲਾਸਾ ਕੀਤਾ। ਕਹਿੰਦੇ ਮਹਾਂਪੁਰਖ ਅਚਾਨ ਚੱਕ ਇਹ ਗਣਕਾ ਉਧਰੀ ਕਿਵੇਂ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਮਹਾਂਪੁਰਖ ਅਚਾਨ ਚੱਕ ਜਾਣ ਕੇ ਨਹੀਂ। ਗਣਕਾ ਵਾੜੇ ਆਏ ਖਲੋਤਾ, महात्मा तुरे जा रहे ने ते कणियां लह पियां, मींह लह पिया ते वेसवा दा बूहा खोला ते अंदर चले गए। अचानचक तो भावना जान के नहीं, सुभावक। ते वेसवा चवारे च है, उन्हें थले वेख्या को आदमी आया ते कहती उपर आ जाओ, असी संत खवाने गुरमुख बनाने। गुरमुखो
ਗੁਰਮੁਖ ਤੇ ਸੰਤ ਬਣਨਾ ਬੜਾ ਔਖਾ। ਇਹ ਗੁਰੂ ਨੇ ਸਾਡੇ ਪਰਦੇ ਢੱਕੇ ਨੇ, ਇਸ ਪਾਸੇ ਮੈਂ ਨਾ ਜਾਵਾਂ। ਵੇਸਵਾ ਆਵਾਜ਼ ਮਾਰਦੀ ਹੈ ਤੇ ਸੰਤ ਪਤਾ ਕੀ ਕਹਿੰਦਾ ਹੈ? ਕਹਿੰਦਾ ਧੀਏ ਰਾਣੀਏ, ਅਸੀਂ ਇੱਥੇ ਖੜੇ ਹਾਂ, 2 ਮਿੰਟਾਂ ਨੂੰ ਚਲੇ ਜਾਣਾ। ਬਸ ਕੀ ਹੋਇਆ? ਆਪਾਂ ਤਾਂ ਮੈਂ ਆਮ ਬੇਨਤੀ ਕਰਦਾ ਨਾ, ਅੱਜ ਦਾ ਜ਼ਮਾਨਾ ਇਹੋ ਜਿਹਾ ਵੀ ਅਸੀਂ ਆਪਣੀ ਭਤੀ ਨੂੰ ਵੀ ਧੀ ਕਹਿਣ ਨੂੰ ਤਿਆਰ ਨਹੀਂ। ਸਾਨੂੰ ਕੋਈ ਪੁੱਛੇ ਨਾ ਵੀ ਕੌਣ, ਅਸੀਂ ਕਹਿੰਦੇ ਛੋਟੇ ਦਾ ਜਵਾਈ ਹੈ, ਤੇ ਜੇ ਕਹਿ ਦਈਏ ਵੀ ਮੇਰਾ ਜਵਾਈ ਤੇ ਕੀ ਹਰਜ ਹੈ? ਭਤੀਜੀ ਗੈਰਤਾ ਨਹੀਂ ਨਾ। ਅਸੀਂ ਇੰਨੇ ਤੰਗ ਦਿਲ ਹੋ ਗਏ ਹਾਂ। ਇੱਕ ਜ਼ਮਾਨਾ ਸੀ ਪਿੰਡ ਦੀ ਧੀ ਸਾਰਿਆਂ ਦੀ ਧੀ ਹੁੰਦੀ। ਗੁਰੂ ਕਿਰਪਾ ਕਰੇ ਸਾਡੇ ਅੰਦਰ ਕਿਤੇ ਸੋਚ ਆ ਜਾਏ, ਪਿੰਡ ਦੀ ਧੀ ਸਾਰਿਆਂ ਦੀ ਧੀ। ਤੇ ਗੁਰੂ ਕੀ ਮਾਤਾ ਇਥੋਂ ਤੱਕ ਕਹਿੰਦੀ ਹੈ, ਪਿੰਡ ਦੀ ਗੱਲ ਛੱਡ, ਦੁਸ਼ਮਣ ਦੀ ਧੀ ਵੀ ਤੇਰੀ ਧੀ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਬੈਠੀਆਂ ਨੇ ਬੀਬੀਆਂ, ਵੇਖਣਾ ਮਾੜਾ ਨਹੀਂ, ਤੂੰ ਕਿਵੇਂ ਕੱਖਾਂ ਮੀਟੇਂਗਾ? ਹਾਂ ਵੇਖ, ਜਿਹੜੀ ਸਾਹਮਣੇ ਬੈਠੀ ਹੈ ਬਿਲਕੁਲ ਮੇਰੀ ਭੈਣ ਵਰਗੀ ਹੈ, ਜਿਹੜੀ ਅੱਗੇ ਬੈਠੀ ਮੇਰੀ ਧੀ ਵਰਗੀ ਹੈ, ਜਿਹੜੀ ਪਿੱਛੇ ਮਾਤਾ ਜੀ ਨਾ, ਇਹੋ ਜੀ ਮਾਤਾ ਮੇਰੀ ਵੀ ਹੁੰਦੀ ਸੀ। ਇਹ ਕਿਤੇ ਸਾਡੀ ਸੋਚ ਬਣ ਜਾਏ। ਵੇਸਵਾ ਨੇ ਮਾਰੀ ਆਵਾਜ਼, ਉੱਪਰ ਆ ਜਾਓ। ਤੇ ਸੰਤਾਂ ਨੇ ਆਖਿਆ ਧੀ ਅਸੀਂ ਚਲੇ ਜਾਣਾ। ਹੈ ਕੋਈ ਸੰਤ ਜਿਹੜਾ ਵੇਸਵਾ ਨੂੰ ਧੀ ਆਖੇ? ਮੈਂ ਨਹੀਂ ਕਹਿੰਦਾ, ਭਾਈ ਗੁਰਦਾਸ ਦੀਆਂ ਪੰਕਤੀਆਂ ਕਹਿੰਦੇ, ਦੁਰਮਤ ਦੇਖ ਦਿਆਲ ਹੋਏ, ਮਾੜੀ ਮੱਤ ਹੈ ਉਹਦੇ ਤੇ ਵੀ ਦਇਆ ਆ ਗਈ। ਇਹ ਨਹੀਂ ਆਖਿਆ ਵੀ ਮੈਨੂੰ ਕਿਉਂ ਬੁਲਾਇਆ ਤੂੰ, ਪਰਾਂ ਹੋ। ਤੁਸੀਂ ਕਈਆਂ ਨੇ ਹੱਸ ਪੈਣਾ ਤੇ ਕਈਆਂ ਨੂੰ ਗੱਲ ਮੇਰੀ ਚੁਭਣੀ ਹੈ। ਅਸੀਂ ਵੇਹਨੇ ਆ ਨਾ, ਕਈ ਬੰਦੇ ਕਹਿਣਗੇ ਸ਼ਰਾਬੀ ਪਰਾਂ ਪਰਾਂ ਰਹਿਣ। ਨਾ, ਤੂੰ ਸਿਰ ਮੰਨਿਆ ਪਰਾਂ ਰਹੋ। ਅਸੀਂ ਗਲਤ ਆ। ਅਸੀਂ ਸ਼ਰਾਬੀ ਨੂੰ ਜੱਫੀ ਪਾ ਕਹਿਣਾ, ਗੁਰਮੁਖਾ ਪਾ ਕਿਹੜੇ ਪਾਸੇ ਲੱਗਾ? ਗੁਰੂ ਕਾ ਅਮਰ ਛਕ ਤੇ ਗੁਰੂ ਵਾਲਾ ਬਣ। ਅਸੀਂ ਸਿਰ ਮੁੰਨੇ ਨੂੰ ਕਹਿਣਾ ਵੀ ਕਲਗੀ ਵਾਲੇ ਦਾ ਚਿਹਰਾ ਵੇਖ ਤੇ ਆਪਣਾ ਵੇਖ ਭਲਿਆ ਟਿਕਾਣੇ ਆ। ਤੇ ਜੇ ਕਿਤੇ ਸ਼ਰਾਬੀ ਦੇ ਸਿਰ ਮੁੰਨਿਆ ਸਾਨੂੰ ਕਹੇ ਵੀ ਗਿਆਨੀ ਜੀ 2000 ਰੁਪਈਆ ਮੈਂ ਤੁਹਾਨੂੰ ਭੇਟ ਕਰਨਾ ਕਹਿੰਦੇ, ਖੱਬੀ ਜੇਬ 'ਚ ਪਾ ਦੇ। ਹੁਣ ਉਹ ਕਿੱਥੇ ਗਿਆ? ਸਾਡੀ ਦ੍ਰਿਸ਼ਟੀ ਸਮ ਦ੍ਰਿਸ਼ਟੀ ਚਾਹੀਦੀ ਹੈ। ਭਾਈ ਜੀ ਕਹਿੰਦੇ ਦੁਰਮਤ ਦੇਖ ਦਿਆਲ ਹੋਏ। ਉਹਨੂੰ ਜਦੋਂ ਧੀ ਆਖਿਆ ਨਾ, ਤੇ ਬਾਣੀ ਕਹਿੰਦੀ ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟ ਧੂਤ ਨਿਆਲ। ਬੀਬੀ ਦਾ ਮਨ ਬਦਲ ਗਿਆ। ਥੱਲੇ ਆਈ ਕਹਿੰਦੀ ਬਾਬਾ ਜੀ ਮੈਨੂੰ ਧੀ ਆਖਿਆ ਜੇ, ਹੁਣ ਪਿਓ ਬਣ ਕੇ ਜਾਓ, ਪਿਓ ਬਣ ਕੇ। ਤੇ ਮਾਪੇ ਹਮੇਸ਼ਾ ਧੀਆਂ ਨੂੰ ਦਿੰਦੇ ਨੇ। ਮਹਾਤਮਾ ਕੋਲ ਮਾਇਆ ਨਹੀਂ, ਕਹਿਣ ਲੱਗੇ ਧੀਏ ਮੇਰੇ ਕੋਲ ਤੋਤਾ ਹੈ। ਬਾਬਾ ਜੀ ਤੋਤਾ ਕੀ ਕਰਾਂਗੇ? ਕਹਿੰਦੇ ਧੀਏ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਅੱਗੇ ਅੱਗੇ ਰਾਮ ਰਾਮ ਕਹਵੀਂ ਤੇ ਮਗਰ ਮਗਰ ਤੋਤਾ ਰਾਮ ਰਾਮ ਕਹੇਗਾ। ਮੈਂ ਵਾਰ-ਵਾਰ ਰਿਪੀਟ ਕਰ ਰਿਹਾ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 10ਵੀਂ ਵਾਰ ਵਿੱਚ ਇਹ ਪੌੜੀ ਲਿਖੀ ਹੈ। ਕਹਿੰਦੇ ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋ ਉਸ ਤੋਤਾ, ਲਿਵ ਲਾਗੀ ਤਿਸ ਤੋਤਿਓ, ਦੁਰਮਤ ਪਾਪ ਕਲੇਵਰ ਤੋਤਾ। ਬਹਾਨਾ ਬਣਦਾ। ਤੋਤੇ ਦੇ ਬਹਾਨੇ ਨਾਲ ਰਾਮ ਰਾਮ ਕਰਨ ਲੱਗ ਪਈ ਤੇ ਕਲੇਵਰ ਤੋਂ ਭਾਵ ਹੁੰਦਾ ਦੁਰਮਤ ਪਾਪ ਕਲੇਵਰ ਧੋਤਾ। ਉਹਦਾ ਤਨ ਤੇ ਮਨ ਧੋਤਾ ਗਿਆ, ਮੈਲ ਨਿਕਲ ਗਈ। ਤੇ ਫਿਰ ਕੀ ਹੋਇਆ? ਗਈ ਬਕੁੰਠ ਬਵਾਨ ਚੜ, ਕਿਉਂਕਿ ਭਾਈ ਸਾਹਿਬ ਲਿਖਿਆ ਜੇ ਸਿਮਰਤ ਗਨਕਾ ਸਿਉਧਰੀ, ਗਨਕਾ ਦੀ ਕਲਿਆਣ ਹੋਈ। ਭਾਈ ਜੀ ਕਹਿੰਦੇ ਨੇ ਗਈ ਬਕੁੰਠ ਬਵਾਨ ਚੜ, ਨਰਕੇ ਵਿੱਚ ਨਾ ਖਾਦੋਸ ਗੋਤਾ। ਉਸ ਰਾਮ ਦੀ ਬਦੌਲਤ, ਉਸ ਪਰਮਾਤਮਾ ਦੇ ਸਿਮਰਨ ਦੀ ਬਦੌਲਤ ਜਿਹੜੀ ਉਹ ਬੀਬੀ ਸੀ ਨਾ, ਉਹ ਕਹਿੰਦੇ ਬਕੁੰਠ ਨੂੰ ਗਈ ਜੇ ਸਿਮਰਤ ਗਨਕਾ ਸੀ ਉਧਰੀ। ਗਨਕਾ ਸੀ ਦਾ ਭਾਵ ਹੁੰਦਾ ਵਰਗੀ। ਆਪਾਂ ਕਹਿੰਦੇ ਫਲਾਨਾ ਫਲਾਣੇ ਵਰਗਾ। ਜਿਹੜਾ ਇੱਥੇ ਸੀ ਸ਼ਬਦ ਆਇਆ ਨਾ, ਇਹਦਾ ਅਰਥ ਹੈ ਵਰਗੀ। ਜੇ ਗਨਕਾ ਵਰਗੀ ਉਧਰ ਗਈ ਹੈ ਤੇ ਭਲਿਆ ਤੇਰੇ ਤੇ ਪਰਮਾਤਮਾ ਕਿਵੇਂ ਕਿਰਪਾ ਨਾ ਕਰੇਗਾ। ਤਾ ਕੋ ਜਾਸੇ ਉਰ ਧਾਰੋ, ਥੋੜੀ ਜੀ ਤੈਨੂੰ ਖੇਚਲ ਕਰਨੀ ਪਏਗੀ। ਤੇ ਪੰਡਤ ਵਿਜੇ ਰਾਮ ਕਹਿੰਦਾ ਪਾਤਸ਼ਾਹ ਉਹ ਵੀ ਕਿਰਪਾ ਕਰਕੇ ਦੱਸ ਦਿਓ। ਹਜ਼ੂਰ ਕਹਿੰਦੇ ਇਉਂ ਕਰ, ਤਾਂ ਕੋ ਤਿਸ ਦੀ ਜਸ ਉਪਮਾ, ਉਰਦਾ ਅਰਥ ਹਿਰਦਾ, ਧਾਰੋ ਤੋਂ ਭਾਵ ਗ੍ਰਹਿਣ ਕਰਨਾ ਕਰ।
ਜਿਹੜਾ ਪਰਿਪੂਰਨ ਪਰਮਾਤਮਾ ਵਾਹਿਗੁਰੂ ਹੈ ਨਾ, ਉਹਦੀ ਵਡਿਆਈ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨਾ ਕਰ। ਹਿਰਦੇ ਦੇ ਅੰਦਰ ਧਾਰਨ ਤੋਂ ਭਾਵ ਵੀ ਜੋ ਆਪਾਂ ਨੂੰ ਕਿਹਨੂੰ ਕਹਿੰਦੇ ਪ੍ਰੈਕਟੀਕਲ ਲਾਈਫ। ਆਪਾਂ ਕਈ ਵਾਰ ਕਹਿੰਦੇ ਫਲਾਨੀ ਗੱਲ ਹੈ ਤਾਂ ਚੰਗੀ, ਪਰ ਭਾਈ ਸਾਹਿਬ ਜੇ ਕਰੀਏ ਤੇ ਗੱਲ ਬਣਦੀ ਜੀ ਨਹੀਂ। ਨਹੀਂ ਨਹੀਂ, ਔਰ ਧਾਰੋ ਤੋਂ ਭਾਵ ਪ੍ਰੈਕਟੀਕਲ ਤੌਰ ਤੇ ਉਹਨੂੰ ਗ੍ਰਹਿਣ ਕਰਨਾ ਕਰ, ਉਹਨੂੰ ਹਿਰਦੇ ਦੇ ਅੰਦਰ ਧਾਰਨਾ ਕਰ। ਔਰ ਦਾ ਅਰਥ ਹਿਰਦਾ, ਧਾਰੋ ਦਾ ਅਰਥ ਹੈ ਗ੍ਰਹਿਣ ਕਰਨਾ। ਉਹ ਪਰਿਪੂਰਨ ਪ੍ਰਮਾਤਮਾ ਦੀ ਜਿਹੜੀ ਵਡਿਆਈ ਹੈ ਉਹਨੂੰ ਆਪਣੇ ਹਿਰਦੇ ਦੇ ਅੰਦਰ ਧਾਰਨਾ ਕਰ। ਰਹਾਉ ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਅਟਲ ਪਇਓ ਧਰੂ ਜਾ ਕੈ ਸਿਮਰਨ। ਅਟਲ ਤੋਂ ਭਾਵ ਹੁੰਦਾ ਲਗਾਤਾਰ। ਜਿਸ ਪ੍ਰਮਾਤਮਾ ਦੀ ਸਿਮਰਨ ਕਰਕੇ ਧਰੂ ਨੂੰ ਅਟਲ ਪਦਵੀ ਪ੍ਰਾਪਤ ਹੋਈ। ਇਹ ਅਟਲ ਦਾ ਭਾਵ ਕੀ, ਆਪਾਂ ਵੇਖਦੇ ਵੀ ਕੋਈ 6 ਸਾਲ ਰਾਜ ਸਭਾ ਦਾ ਮੈਂਬਰ ਬਣਦਾ, ਕੋਈ 5 ਸਾਲਾਂ ਤੋਂ ਬਾਅਦ ਲੋਕ ਸਭਾ ਦਾ ਮੈਂਬਰ, ਵਿਧਾਨ ਸਭਾ ਦੇ ਤੇ ਮੁੜ ਕੇ ਫਿਰ ਬਣਨਾ ਪੈਂਦਾ, ਸਦੀਵੀ ਤੌਰ ਤੇ ਉਹਦਾ ਨਹੀਂ। ਲੇਕਿਨ ਇੱਥੇ ਗੁਰਦੇਵ ਕਹਿੰਦੇ ਨੇ ਵੀ ਪ੍ਰਮਾਤਮਾ ਦੇ ਨਾਮ ਕਰਕੇ ਜਿਹੜਾ ਧਰੂ ਸੀ ਨਾ, ਉਹ ਸਦੀਵੀ ਤੌਰ ਤੇ ਅਮਰ ਹੋ ਗਿਆ, ਉਹਦੀ ਵਜ਼ਾਰਤ ਬਦਲੀ ਨਹੀਂ। ਆਪਾਂ ਕਹਿੰਦੇ ਫਲਾਣੇ ਦੀ ਵਜ਼ਾਰਤ ਆਈ, ਫਲਾਣੇ ਦੀ ਬਦਲ ਗਈ, ਪਰ ਉਹਦੀ ਬਦਲੀ ਨਹੀਂ। ਉਹਦਾ ਮੇਨ ਕਾਰਨ ਪਰਮਾਤਮਾ ਦਾ ਸਿਮਰਨ, ਵਾਹਿਗੁਰੂ ਦੀ ਯਾਦ। ਪਰ ਜਦੋਂ ਅਸੀਂ ਧਰੂ ਦੀ ਗੱਲ ਪੜ੍ਹਦੇ ਹਾਂ ਨਾ, ਮੇਰੀਆਂ ਧੀਆਂ ਭੈਣਾਂ ਬੱਚੀਆਂ ਬੈਠੀਆਂ ਨੇ, ਵਿਸ਼ੇਸ਼ ਕਰਕੇ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਨ। ਬਾਬੇ ਧਰੂ ਦੀ ਜ਼ਿੰਦਗੀ ਵਿੱਚ ਉਹਦੀ ਮਾਂ ਦਾ ਅਹਿਮ ਹਿੱਸਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਸ਼ਬਦ ਪੜ੍ਹਦੇ ਹਾਂ, ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿਨ ਬਾਤ ਕੀਜੀ ਹਰ ਬਾਂਝਾ, ਤਿਨ ਸੁਣੀ ਦੇ ਫਿਰੇ ਬਿਨ ਨਾਵੇ ਉਹ ਖਪ ਖਪ ਮੋਏ ਕਰਾਂਝਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੈਸੀ ਰਾਗ ਵਿੱਚ ਕਹਿੰਦੇ ਨੇ, ਹੇ ਵਾਹਿਗੁਰੂ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ ਨਾ ਵਸਿਆ, ਉਹ ਮਾਂ ਬੱਚੇ ਨੂੰ ਜਨਮ ਹੀ ਨਾ ਦੇਣ। ਬੱਚਾ ਮਾਂ ਦਾ ਦੁੱਧ ਚੁੰਘਦਾ ਹੈ ਨਾ, ਤੇ ਬੱਚੇ ਦੇ ਚਿਹਰੇ ਤੇ ਲਾਲੀ ਆਉਂਦੀ, ਪਰ ਮਾਂ ਦਾ ਚਿਹਰਾ ਢਲ ਜਾਂਦਾ ਹੈ। ਮਾਂ ਦੀ ਦੇਣ ਕੋਈ ਦੇ ਨਹੀਂ ਸਕਦਾ, ਇਸ ਪਾਸੇ ਮੈਂ ਨਾ ਜਾਵਾਂ। ਉਸ 10ਵੀਂ ਬਾਤ ਦੀ ਪਹਿਲੀ ਪੌੜੀ ਹੈ, ਭਾਈ ਸਾਹਿਬ ਭਾਈ ਗੁਰਦਾਸ ਨੇ ਲਿਖੀ। ਉਹ ਕਹਿੰਦੇ, ਧਰੂ ਹੱਸਦਾ ਕਰਾਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਗੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੱਡੋ ਲਿਕਾ ਮਾਂ ਪੁਛੇ, ਤੂੰ ਸੁਆਣੀ ਹੈ ਕਿ ਸਰੀਤਾ, ਸੁਆਣੀ ਹਾਂ ਮੈਂ ਜਨਮ ਦੀ, ਨਾਮ ਨ ਭਗਤੀ ਕਰਮ ਦੜੀਤਾ, ਪਰਮੇਸ਼ਰ ਅਰਾਧੀਏ ਜਿਦੋਂ ਹੋਈਏ ਪਤ ਪਨੀਤਾ, ਬਾਹਰ ਚੱਲਿਆ ਕਰਨ ਤਪ, ਮਨ ਬਰਾਗੀ ਭਇਆ ਅਤੀਤਾ, ਪਿੱਛੋਂ ਰਾਜੇ ਸੱਦਿਆ, ਅਬ ਚੱਲ ਰਾਜ ਕਰੋ ਨਿਤ ਨੀਤਾ, ਗੁਰਮੁਖ ਹਾਰ ਚੱਲੇ ਜਗ ਜੀਤਾ। ਇਹ ਪੌੜੀ ਹੈ। ਇਹਦਾ ਅਰਥ ਇਹ ਹੈ, ਧਰੂ 5 ਸਾਲ ਦਾ ਮਾਸੂਮ ਬੱਚਾ ਖੇਡਦਾ ਖੇਡਦਾ ਆਇਆ ਤੇ ਆਪਣੇ ਬਾਪ, ਉਹਦਾ ਨਾਂ ਲਿਖਿਆ ਉਤਾਨਪਾਦ। ਧਰੂ ਦੇ ਪਿਤਾ ਦਾ ਨਾਮ ਉਤਾਨਪਾਦ ਸੀ। ਆਪਣੇ ਪਿਤਾ ਉਤਾਨਪਾਦ ਦੀ ਗੋਦੀ ਵਿੱਚ ਆਇਆ, ਪਿਓ ਸੀ ਨਾ, ਮਤਰੇਈ ਤੋਂ ਜਰਿਆ ਨਾ ਗਿਆ। ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਬੱਚਾ ਭਾਵੇਂ ਲਿਬੜਿਆ ਹੋਵੇ, ਪਰ ਮਾਪਿਆਂ ਨੂੰ ਲਿਬੜਿਆ ਨਹੀਂ ਲੱਗਦਾ। ਗੋਟੋਂ ਫੜ ਕੇ ਪਿਆਰ ਨਾਲ ਮੱਥਾ ਚੁੰਮਿਆ, ਗੋਦੀ 'ਚ ਬਿਠਾਇਆ, ਪਰ ਮਤਰੇਈ ਜਰ ਨਾ ਸਕੀ। ਬਾਹੋਂ ਪਗੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਧੂ ਲਿਆ। ਬੱਚਾ ਸੈਂਸਿਟਿਵ ਸੀ, ਬੁੱਧੀਮਾਨ ਸੀ, ਤੀਖਣ ਬੁੱਧੀ ਵਾਲਾ ਸੀ। ਡੱਡੋ ਲਿਕਾ ਤੋਂ ਭਾਵ ਹੁੰਦਾ, ਕਈ ਵਾਰ ਆਪਾਂ ਕਹਿੰਦੇ ਮਨ ਬੜਾ ਫਲਾਣਾ, ਮਨ ਪੱਥਰ ਹੋ ਗਿਆ, ਉਹਦਾ ਪੁੱਤ ਮਰ ਗਿਆ, ਫਿਰ ਰੋਇਆ ਨਹੀਂ ਸੀ ਜਾਂਦਾ ਉਹਦੇ ਕੋਲੋਂ। ਡੱਡੋ ਲਿਕੇ ਦਾ ਅਰਥ ਮੈਂ ਪੜ੍ਹਿਆ, ਉਹ ਅਵਸਥਾ ਬੰਦਾ ਮਾਨਸਿਕ ਤੌਰ ਤੇ ਇੰਨਾ ਦੁਖੀ ਹੁੰਦਾ ਕਿ ਬੰਦੇ ਦੇ ਬੁੱਲ ਫਰਕਦੇ, ਪਰ ਰੋਇਆ ਨਹੀਂ ਜਾਂਦਾ। ਬੁੱਲ ਫਰਕਦੇ ਨੇ, ਅੰਦਰ ਵਿਰਾਗ ਹੈ, ਦਰਦ ਹੈ, ਪਰ ਆਵਾਜ਼ ਨਹੀਂ ਨਿਕਲਦੀ।
ਮਤਰੇਈ ਮਾਂ ਦੀ ਬੇਪਤੀ ਕਰਕੇ ਧਰੂ ਡੱਡੋ ਲਿਕਾ ਹੋ ਗਿਆ। ਬੁੱਲ ਫਰਕਦੇ ਨੇ, ਅੱਖਾਂ 'ਚ ਪਾਣੀ ਹੈ ਤੇ ਮਾਂ ਆਪਣੀ ਨੂੰ ਕਹਿੰਦਾ ਮਾਂ ਤੂੰ ਰਾਣੀ ਨਹੀਂ। ਡੱਡੋ ਲਿਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ, ਤੇ ਨਮਸਕਾਰ ਧਰੂ ਦੀ ਮਾਂ ਨੂੰ। ਸਾਡੀ ਅੱਜ ਦੁਨਿਆਵੀ ਮਾਂ ਤੋਂ ਨੇ ਕਹਿਣਾ ਸੀ ਪੁੱਤ ਕੋਈ ਗੱਲ ਨਹੀਂ, ਆ ਪੈਸੇ ਲੈ ਕੇ ਤੇ ਬਾਹਰੋਂ ਜਾ ਕੇ ਆਈਸਕ੍ਰੀਮ ਖਾ ਲਾ। ਇਹੋ ਜੀ ਮਾਂ ਨਹੀਂ ਜੀ ਮਿਲਦੀ। ਸਦਕੇ ਜਾਵਾਂ ਉਸ ਮਾਂ ਦੇ ਨਮਸਕਾਰ। ਡੱਡੋ ਲਿਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ, ਤੇ ਮਾਂ ਨੇ ਆਖਿਆ ਹੀਰਿਆ ਹਾਂ ਤਾਂ ਮੈਂ ਰਾਣੀ ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਇਹ ਤੇਰੀ ਬੇਪਤੀ ਜਿਹੜੀ ਹੋਈ ਨਾ ਇਹ ਮੇਰੀ ਵਜ੍ਹਾ ਕਰਕੇ ਹੋਈ, ਮੇਰੀ ਗਲਤੀ ਹੈ। ਚੁਕੰਨਾ ਹੋ ਗਿਆ, ਕਹਿਣ ਲੱਗਾ ਬੇਬੇ ਤੇਰੀ ਗਲਤੀ? ਹਾਂ ਧਰੂ, ਮੈਂ ਰੱਬ ਦਾ ਨਾਂ ਨਹੀਂ ਲਿਆ ਤੇ ਰੱਬ ਦਾ ਨਾਮ ਨਾ ਲੈਣ ਕਰਕੇ ਇਸ ਮਾਂ ਦੀ ਕੁੱਖ ਤੋਂ ਜਨਮ ਲੈਣ ਕਰਕੇ ਤੇਰੀ ਬਦਪਤੀ ਹੋਈ। ਗਲਤੀ ਕਿਸੇ ਦੀ ਨਹੀਂ, ਗਲਤੀ ਮੇਰੀ ਹੈ। ਮੈਂ ਨਾਮ ਤੋਂ ਹੀਣੀ ਮਾਂ, ਮੈਂ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ ਤੇ ਬੰਦਗੀ ਤੋਂ ਹੀਣੀ ਹੋਣ ਕਰਕੇ ਤੇਰੀ ਬੇਪਤੀ ਹੋਈ ਹੈ। ਠੋਕਰ ਵੱਜੀ, ਬਾਹਰ ਚੱਲਿਆ ਕਰਨ ਤਪ, ਮਨ ਬਰਾਗੀ ਭਇਆ ਅਤੀਤਾ। ਬਰਾਗੀ ਦਾ ਭਾਵ ਹੁੰਦਾ ਮੋਹ ਤੋਂ ਪਰਾਂ, ਰਾਗ ਦਾ ਅਰਥ ਹੁੰਦਾ ਪਕੜ, ਬਰਾਗ ਦਾ ਅਰਥ ਪਕੜ ਤੋਂ ਪਰਾਂ। ਮਾਂ ਦੀ ਗੱਲ ਕਹਿਣ ਦੇ ਨਾਲ ਬਾਹਰ ਚੱਲਿਆ ਕਰਨ ਤਪ, ਮਨ ਬਰਾਗੀ ਭਇਆ ਅਤੀਤਾ। ਪਕੜ ਤੋਂ ਰਹਿਤ ਹੋ ਗਿਆ, ਮਨ ਪੰਘਰਿਆ। ਮਮਤਾ ਨੇ ਮਜਬੂਰ ਕੀਤਾ, ਪਿਓ ਨੇ ਬੰਦੇ ਭਜਾਏ। ਕਹਿੰਦਾ ਕਾਕਾ ਇੰਨਾ ਗੁੱਸੈਲ ਤੂੰ, ਇੰਨਾ ਬੁਰਾ ਮਨਾਇਆ, ਤੂੰ ਵੱਡਾ ਹੈ, ਮੇਰੇ ਬਾਅਦ ਤੇਰਾ ਰਾਜ ਭਾਗ ਦਾ ਹੱਕ ਬਣਦਾ ਤੇ ਗੁੱਸਾ ਨਾ ਕਰ, ਅੱਧਾ ਰਾਜ ਹੁਣੇ ਲੈ ਲਾ। ਅਬ ਚੱਲਦਾ ਭਾਵਨ ਦਾ, ਅਬ ਕਹਿੰਦੀ ਹੁਣ ਤੇ ਚੱਲ, ਕਹਿੰਦੀ ਹੁਣੇ ਚੱਲ। ਅਬ ਚੱਲ ਰਾਜ ਕਰੋ ਨਿਤ ਨੇਤਾ। ਜਦੋਂ ਪਿੱਛੋਂ ਬੰਦੇ ਸੱਦਣ ਵਾਸਤੇ ਕਹਿੰਦੇ ਕਾਕਾ ਅੱਧਾ ਰਾਜ ਭਾਗ ਹੁਣੇ ਸਾਂਭ, ਤੇ ਮੱਥਾ ਠਣਕਿਆ ਕਹਿਣ ਲੱਗਾ ਵੀ ਰੱਬ ਦੇ ਨਾਮ 'ਚ ਕੋਈ ਗੱਲ ਹੈ? ਕਿਹੜੀ ਗੱਲ? ਅਜੇ ਮੈਂ ਘਰੋਂ ਚੱਲਿਆ ਤੇ ਰਾਜ ਦੀ ਪੇਸ਼ਕਸ਼ ਹੁੰਦੀ ਮਨਾ, ਵੇਖੀ ਕਿਤੇ ਭੁੱਲ ਨਾ ਜਾਈ, ਇਸ ਰਾਜ ਭਾਗ ਵਿੱਚ ਕਿਤੇ ਸੱਚਾ ਰਾਜ ਨਾ ਛੱਡ ਦੇ। ਨਾਰਦ ਮੁਨ ਉਪਦੇਸ਼ਿਆ ਗਿਆਨ ਧਿਆਨ, ਐਵੇਂ ਰਸ ਪੀਤਾ। ਮੁੜ ਕੇ ਜਾ ਕੇ ਨਾਰਦ ਨੂੰ ਗੁਰੂ ਬਣਾਇਆ, ਭਗਵਾਨ ਦਾ ਚਿੰਤਨ ਕੀਤਾ। ਤੇ ਸਾਡੇ ਧਰਮ ਗ੍ਰੰਥ ਕਹਿੰਦੇ ਨੇ ਵੀ ਧਰੂ ਦਾ ਰਾਜ ਅੱਜ ਤੱਕ ਵੀ ਹੈ। ਸਾਰਾ ਰਾਤ ਨੂੰ ਤਾਰਾ ਮੰਡਲ ਬਦਲ ਜਾਂਦਾ ਹੈ। ਜਦੋਂ ਆਪਾਂ ਕਦੇ ਭੁੱਲ ਜਾਂਦੇ ਨਾ, ਤੇ ਸਾਨੂੰ ਸਿਆਣੇ ਬੰਦੇ ਕਹਿੰਦੇ ਵੀ ਧਰੂ ਦੀ ਸੇਧ ਤੇ ਤੁਰੇ ਚੱਲੋ। ਜਦੋਂ ਬਾਜਾਂ ਵਾਲਾ ਚਮਕੌਰ ਦੀ ਗੜੀ ਚੋਂ ਨਿਕਲਿਆ ਸੀ ਨਾ, ਉਹਨੇ ਵੀ ਆਖਿਆ ਸੀ ਵੀ ਦਇਆ ਸਿੰਘ ਆ ਧਰਮ ਸਿਆਂ ਜੰਗ ਕਰਕੇ ਆਪਾਂ ਸੱਜੇ ਖੱਬੇ ਵੀ ਹੋ ਜਾਈਏ ਨਾ, ਤੇ ਧਰੂ ਦੀ ਸੇਧ ਤੇ ਆਪਾਂ ਗਾਂ ਫਿਰ ਇਕੱਠੇ ਹੋ ਜਾਵਾਂਗੇ। ਰਹੋ ਵਿਚਾਰ। ਤੋ ਸਤਿਗੁਰੂ ਪਾਤਸ਼ਾਹ ਕਹਿੰਦੀ ਅਟਲ ਭਇਓ ਧਰੂ ਜਾ ਕੇ ਸਿਮਰਨ। ਜਿਸ ਵਾਹਿਗੁਰੂ ਦੀ ਸਿਮਰਨ ਕਰਕੇ, ਯਾਦ ਕਰਨ ਕਰਕੇ ਅਟਲ ਨੂੰ, ਜਿਹੜਾ ਮਾਫ ਕਰਨਾ ਧਰੂ ਨੂੰ ਅਟਲ ਪਦਵੀ ਦੀ ਪ੍ਰਾਪਤੀ ਹੋਈ। ਹਰ ਨਿਰਭੈ ਪਦ ਪਾਇਆ। ਫਿਰ ਆਪਾਂ ਕਵਾਂਗੇ ਵੀ ਇਹ ਸਿਮਰਨ ਦੇ ਨਾਲ ਸਾਨੂੰ ਪਤਾ ਕਿਵੇਂ ਚੱਲੇ ਵੀ ਸਾਡਾ ਸਿਮਰਨ ਪ੍ਰਵਾਨ ਹੋ ਗਿਆ, ਸਾਡੇ ਅੰਦਰ ਸਿਮਰਨ ਵਸ ਗਿਆ। ਜਿਵੇਂ ਆਪਾਂ ਢਿੱਲੇ ਮੱਠੇ ਹੋਈਏ ਤੇ ਥਰਮਾਮੀਟਰ ਦੇ ਨਾਲ ਆਪਾਂ ਵਿਖਾਉਂਦੇ ਹਾਂ, ਤੇ ਉਹ ਕਹਿੰਦਾ ਵੀ 98 ਥੋੜ੍ਹਾ ਜਿਹਾ ਤੁਹਾਡਾ ਟੈਂਪਰੇਚਰ ਕਮਜ਼ੋਰੀ ਹੈ ਤੁਹਾਨੂੰ, ਤੇ ਜੇ 100 ਤੇ ਆ ਜੇ ਕਹਿੰਦਾ ਤੁਹਾਨੂੰ ਬੁਖਾਰ ਹੈ 2 ਡਿਗਰੀ, ਕਿਉਂਕਿ 98 ਕਸਰ 4 ਤੇ ਆਪਾਂ ਤੰਦਰੁਸਤ ਮੰਨਦੇ ਹਾਂ। ਜੇ ਥੱਲੇ ਹੈ ਤੇ ਕਮਜ਼ੋਰੀ ਹੈ, ਜੇ ਵੱਧ ਹੈ ਤੇ ਬੁਖਾਰ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ, ਧਰਮ ਗ੍ਰੰਥਾਂ ਦੇ ਮੁਤਾਬਕ, ਜਦੋਂ ਮਨੁੱਖ ਦੇ ਅੰਦਰ ਧਰਮ ਵੱਜ ਜਾਂਦਾ, ਨਾਮ ਵੱਜ ਜਾਂਦਾ, ਤੇ ਉਹ ਬੰਦਾ ਬਖੌਫ ਹੋ ਜਾਂਦਾ ਜੇ। ਨਿਰਭੈ ਤੋਂ ਭਾਵ ਉਹਨੂੰ ਭੈ ਨਹੀਂ ਆਉਂਦਾ, ਉਹਨੂੰ ਡਰ ਨਹੀਂ ਆਉਂਦਾ। ਉਹ ਭਾਵੇਂ ਚੌਂ ਪਾਸੀਂ ਬੀਬੀ ਇੰਦਰਾ ਨੇ ਫੌਜਾਂ ਭੇਜੀਆਂ ਨੇ, ਪਰ ਬੰਦਗੀ ਕਰਨ ਵਾਲਾ ਅਕਾਲ ਤਖਤ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਖਲੋਤਾ ਹੈ, ਉਹਨੂੰ ਤੋਪਾਂ ਤੇ ਟੈਂਕਾਂ ਤੋਂ ਡਰ ਨਹੀਂ ਜਾਇਆ। ਕੀ ਕੌਣ? ਜਿਨ੍ਹਾਂ ਦੀ ਅੰਮ੍ਰਿਤ ਸਿਮਰਨ ਹੈ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਚਿੰਤਨ ਹੈ। ਭਾਈ ਮਤੀ ਦਾਸ ਵਰਗੇ
ਆਰੇ ਨਾਲ ਚੀਰੇ ਜਾ ਰਹੇ ਨੇ, ਜਲਾਦ ਆਰਾ ਚਲਾ ਰਿਹਾ ਹੈ। ਲੇਕਿਨ ਇਤਿਹਾਸ ਕਹਿੰਦਾ ਨੂੰ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਪੌੜੀ ਤੇ ਪਾਠ ਆਇਆ, ਸਰੀਰ ਤੋਂ ਫਾੜ ਹੋ ਗਿਆ ਪਰ ਪਾਠ ਨਹੀਂ ਜੇ ਰੁਕਿਆ। ਬੇਖੌਫ ਹੋ ਜਾਂਦਾ ਬੰਦਾ। ਮੇਰੇ ਪਾਤਸ਼ਾਹ ਕਹਿੰਦੇ ਨੇ ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਉਹ ਭੈ ਤੋਂ ਰਹਿਤ ਉਹਨਾਂ ਨੂੰ ਪਦਵੀ ਮਿਲੀ। ਤੇ ਆਪਾਂ ਕਹਾਂਗੇ ਭਾਈ ਸਾਹਿਬ ਸਾਡਾ ਕੰਮ ਹੀ ਬਣ ਸਕਦਾ? ਇਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਚ ਆਉਂਦਾ, ਨਿਰਭਉ ਜਪੇ ਸਗਲ ਭਉ ਮਿਟੇ। ਜੇ ਕੋ ਆਪਾਂ ਆਖੀਏ ਨੇ ਵੀ ਭਾਈ ਸਾਹਿਬ ਸਾਨੂੰ ਡਰ ਜਿਹਾ ਆਉਂਦਾ ਤੇ ਸਾਡਾ ਬਚਾਅ ਦਾ ਕੋਈ ਤਰੀਕਾ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਗੁਰਮੁਖਾ ਹੈ। ਕੀ ਤਰੀਕਾ ਹੈ? ਨਿਰਭਉ ਜਪੇ। ਜਿਹੜਾ ਭੈ ਤੋਂ ਰਹਿਤ ਪ੍ਰਮਾਤਮਾ ਉਹਦੀ ਬੰਦਗੀ ਕਰ। ਇਵੇਂ ਵੀਰਵਾਰ ਕਬਰਾਂ ਤੇ ਜਾ ਕੇ ਲੈਣਾ 'ਚ ਖਲੋ ਨਾ ਸਿੱਖਾ, ਤੇਰੀ ਮੱਤ ਤੇ ਪਰਦਾ ਪੈ ਗਿਆ। ਕੇਵਲ ਤੇ ਕੇਵਲ ਇੱਕ ਰਾਮ ਦਾ ਚਿੰਤਨ ਕਰ, ਇੱਕ ਵਾਹਿਗੁਰੂ ਦਾ ਚਿੰਤਨ ਕਰ। ਆਪਾਂ ਪੜ੍ਹਦੇ ਰਾਮ ਰਮ ਸੰਗ ਕਰ ਵਿਵਹਾਰ, ਰਾਮ ਰਾਮ ਪ੍ਰਾਨ ਆਧਾਰ। ਕਿਹੜਾ ਪ੍ਰਮਾਤਮਾ? ਜਲ ਥਲ ਮਹੀਲ ਪੂਰਿਆ ਸੁਆਮੀ ਸ੍ਰਿਨਾਲ। ਜਿਹੜਾ ਵਾਹਿਗੁਰੂ ਹਰ ਥਾਂ ਤੇ ਵਿਆਪਕ ਹੈ, ਹਰ ਥਾਂ ਤੇ ਹਾਜ਼ਰ ਨਾਜ਼ਰ ਹੈ ਨਾ, ਉਹਦੀ ਬੰਦਗੀ ਕਰਨ ਦੇ ਨਾਲ ਮਨੁੱਖ ਦੇ ਅੰਦਰ ਖੌਫ ਨਹੀਂ ਰਹਿੰਦਾ, ਡਰ ਨਹੀਂ ਰਹਿੰਦਾ। ਦੁਖ ਹਰਤਾ ਇਹ ਬਿਦ ਕੋ ਸੁਆਮੀ। ਇਹ ਭਾਈ ਪੰਡਤ ਜੀ, ਇਸ ਢੰਗ ਦੇ ਨਾਲ, ਬਿਦ ਦਾ ਢੰਗ ਤਰੀਕਾ, ਦੁਖ ਹਰਤਾ ਇਹ ਬਿਦ ਕੋ ਸੁਆਮੀ। ਸੁਆਮੀ ਦਾ ਅਰਥ ਨਾਲ ਮਾਲਕ, ਜਿਹੜਾ ਪਰਿਪੂਰਨ ਪ੍ਰਮਾਤਮਾ ਨਾ, ਸਾਰਿਆਂ ਦਾ ਮਾਲਕ। ਇਸ ਢੰਗ ਦੇ ਨਾਲ ਉਹਦੀ ਰਹਿਮਤ ਹੋ ਜਾਂਦੀ ਹੈ, ਅਪਰੰਤ ਕਿਰਪਾ ਕਰਦੇ ਹਨ। ਤੈ ਕਾਹੇ ਬਿਸਰਾਇਆ। ਤੈ ਤੂੰ ਭਾਵ ਭਾਈ ਤੂੰ ਗੁਰਮੁਖਾ ਕਾਹਦੇ ਲਈ ਭੁੱਲ ਗਿਆ? ਜਦੋਂ ਅਸੀਂ ਦੁਆਬੇ ਜਾਂਦੇ ਹਾਂ ਨਾ, ਦੁਆਬੇ 'ਚ ਇਹ ਦੁਆਬੇ ਦੇ ਇਲਾਕੇ ਦਾ ਲਫ਼ਜ਼ ਹੈ ਤੈਂ, ਆਪਾਂ ਤੂੰ ਕਹਿ ਦਿੰਦੇ ਹਾਂ। ਤੈਂ ਕਾਹੇ ਬਿਸਰਾਇਆ, ਭਾਈ ਤੂੰ ਉਸ ਮਾਲਕ ਨੂੰ ਕਿਉਂ ਭੁੱਲ ਗਿਆ ਹੈ? ਜਬ ਹੀ ਸਰਣ ਗਹੀ ਕਿਰਪਾ ਨਿਦ। ਜਿਹੜਾ ਪਰਿਪੂਰਨ ਪ੍ਰਮਾਤਮਾ ਉਹ ਕਿਰਪਾ ਦਾ ਖਜ਼ਾਨਾ ਜੀ ਨਿਕਲਦਾ ਹੁੰਦਾ ਬੈਂਕ। ਆਪਾਂ ਬਹੁਤਾ ਬੈਂਕ ਲਫ਼ਜ਼ ਜਾਣਦੇ ਹਾਂ, ਪੁਰਾਣੀ ਸਾਡੀ ਬੋਲੀ ਹੈ ਖਜ਼ਾਨਾ। ਕਹਿੰਦੇ ਜਬ ਹੀ ਸਰਨ ਗਹੀ ਕਿਰਪਾ ਨਿਧ। ਜਦੋਂ ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕਰ ਲਿਆ ਤਾਂ ਗੱਜ ਗਰਾਹ ਤੇ ਛੂਟਾ। ਇੱਕ ਹੋਰ ਉਦਾਹਰਨ ਦਿੱਤੀ ਹੈ। ਪਟਨਾ ਸਾਹਿਬ ਤੋਂ ਕੁਝ ਫਾਸਲੇ ਉੱਪਰ ਇੱਕ ਜਗ੍ਹਾ ਬਣੀ ਹੈ, ਜਿੱਥੇ ਕਹਿੰਦੇ ਵੀ ਤੰਦੂਆ ਹਾਥੀ ਨੂੰ ਧੋਈ ਜਾ ਰਿਹਾ ਸੀ। ਇਹ ਸਾਡੇ ਪੁਰਾਤਨ ਧਰਮ ਗ੍ਰੰਥਾਂ ਵਿੱਚ ਬੜੀ ਉਦਾਹਰਨ ਆਈ ਹੈ। ਉੱਥੇ ਧਰਮ ਸਥਾਨ ਵੀ ਬਣਿਆ ਪਟਨਾ ਸਾਹਿਬ ਦੇ ਲਾਗੇ ਚਾਗੇ। ਹਾਥੀ ਨੂੰ ਤੰਦੂਆ ਖਿੱਚੀ ਜਾ ਰਿਹਾ ਤੇ ਪਏ ਪੀ ਤੇ ਹਾਥੀ। ਭਾਣਾ ਰੱਬ ਦਾ ਵੀ ਇੱਕ ਕਮਲ ਦਾ ਫੁੱਲ ਹੈ, ਤੇ ਹਾਥੀ ਨੇ ਆਪਣੀ ਸੁੰਡ ਵਿੱਚ ਲੈ ਕੇ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ। ਤੇ ਕਹਿੰਦੇ ਉਸ ਅਰਦਾਸ ਦੇ ਨਾਲ ਜਿਹੜੇ ਤੰਦੂਏ ਦੇ ਹੋਲਡ ਸੀ ਨਾ, ਤੰਦੂਏ ਦੀ ਪਕੜ ਸੀ, ਉਹਦੇ ਤੋਂ ਹਾਥੀ ਮੁਕਤ ਹੋ ਗਿਆ। ਜਿਹੜੇ ਉਹ ਤੰਦੂਏ ਦੇ ਪਕੜਨ ਵਾਲਾ ਵਸੀਲਾ ਸੀ ਨਾ, ਉਹਨੂੰ ਸੁਦਰਸ਼ਨ ਚੱਕਰ ਦੇ ਨਾਲ ਪ੍ਰਮਾਤਮਾ ਨੇ ਕੱਟ ਦਿੱਤਾ। ਜਬ ਹੀ ਸਰਨ ਗਈ ਕਿਰਪਾ ਨਿਧ। ਜਦੋਂ ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕੀਤਾ, ਗਜ ਗਰਾਹ ਤੇ ਛੂਟਾ। ਜਿਹੜਾ ਗਜ ਕਹਿੰਦੇ ਨੇ ਹਾਥੀ ਨੂੰ, ਜਿਹੜਾ ਹਾਥੀ ਸੀ ਨਾ, ਉਸ ਗਰਾਹ ਤੰਦੂਏ ਦੀ ਪਕੜ ਤੋਂ ਮੁਕਤ ਹੋ ਗਿਆ, ਛੁੱਟ ਗਿਆ। ਮਹਿਮਾ ਨਾਮ ਕਹਾਂ ਲਓ ਬਰਨੋ। ਸਤਿਗੁਰੂ ਪਾਤਸ਼ਾਹ ਕਹਿੰਦੇ ਵਿਜੇ ਰਾਮ ਜੀ, ਪਰਮਾਤਮਾ ਦੀ ਮਹਿਮਾ ਨੂੰ ਕਿੱਥੋਂ ਤੱਕ ਕਹਿਣਾ ਕਰੀਏ, ਇਹ ਕਹੀ ਨਹੀਂ ਜਾ ਸਕਦੀ। ਆਪਾਂ ਰੋਜ਼ਾਨਾ ਪੜ੍ਹਦੇ ਅੰਤ ਨ ਜਾਪੇ ਕੀਤਾ ਆਕਾਰ, ਅੰਤ ਨ ਜਾਪੇ ਵਾਰ। ਰਾਮ ਕਹਿਤ ਬੰਧਨ ਤਿਹ ਟੂਟਾ। ਰਮੇ ਹੋਏ ਪ੍ਰਮਾਤਮਾ ਦਾ ਨਾਮ ਲੈਣ ਕਰਕੇ ਬੰਧਨਾ, ਉਹਦੇ ਬੰਧਨ ਟੁੱਟ ਗਏ। ਅਜਾਮਲ ਪਾਪੀ ਜਗ ਜਾਣੇ। ਸੋ ਇੱਥੇ ਮਨ ਦੀ ਗੱਲ ਕੀਤੀ ਹੈ ਨਾ, ਮਨ ਦਾ ਸੁਭਾਅ ਦਾ ਉਲਟ ਜਾਣਾ। ਉਲਟ ਮੈਨੂੰ ਕਈ ਵਾਰ ਗੁਰਮੁਖ ਪਿਆਰੇ ਪੁੱਛ ਲੈਂਦੇ ਵੀਰ ਭੈਣਾਂ ਸਾਡੀਆਂ, ਤੇ ਮੈਂ ਕਹਿੰਦਾ ਉਹਨੇ ਭੈਣ ਜੀ ਇਹਦਾ ਮਤਲਬ ਇਹ ਹੈ, ਮਨ ਦਾ ਅਰਥ ਹੈ ਰੱਬ ਦੀ ਅਪੋਜੀਸ਼ਨ ਪਾਰਟੀ। ਜੋ ਪ੍ਰਮਾਤਮਾ ਕਹਿੰਦਾ ਨਾ, ਮਨ ਨੇ ਪੁੱਠਾ ਹੀ ਸੋਚਣਾ। ਇਹ ਮੇਰੀ ਜੋ ਦੇਸੀ ਸਮਝ ਹੈ ਨਾ, ਉਹਦੇ ਮੁਤਾਬਕ ਬੇਨਤੀ ਕਰਦਾ। ਹੋ ਸਕਦਾ ਮੈਂ ਗਲਤ ਹੋਵਾਂ। ਮਨ ਹਮੇਸ਼ਾ ਸਾਨੂੰ ਗਲਤ ਪਾਸੇ ਵੱਲ ਲਿਜਾਉਂਦਾ ਹੈ। ਇਸ ਕਰਕੇ ਆਰੰਭ ਕੀਤਾ ਸੀ ਮਨ ਰੇ ਹੇ ਮਨਾ ਟਿਕਣਾ ਕਰ। ਜਿਹੜੀ ਅਖੀਰਲੀ ਪੌੜੀ ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਇਹ ਬਿਲਕੁਲ ਇਹਨੂੰ ਕਲੀਅਰ ਕਰਨ ਲਈ ਇੱਕ ਉਦਾਹਰਨ ਦਿੱਤੀ ਹੈ।
ਇੱਕ ਕਥਾਵਾਚਕ ਰਾਜੇ ਦੇ ਦਰਬਾਰ ਵਿੱਚ ਕਥਾ ਕਰਿਆ ਕਰੇ ਤੇ ਆਖਿਰਕਾਰ ਅੰਤ ਸਮਾਂ ਸਾਰਿਆਂ ਦਾ ਆਉਣਾ। ਉਹ ਕਥਾਵਾਚਕ ਰਾਜੇ ਨੂੰ ਬੇਨਤੀ ਕਰਨ ਲੱਗਾ, ਜੀ ਮੈਂ ਆਪਣੇ ਕਾਕੇ ਨੂੰ ਬਹੁਤ ਮਿਹਨਤ ਕਰਾਈ ਹੈ ਤੇ ਪਿਤਾ ਜੀ ਦੀ ਥਾਂ ਤੇ ਹੁਣ ਮੈਂ ਇੱਥੇ ਕਥਾ ਕਰਦਾ ਤੇ ਮੇਰਾ ਹੁਣ ਅੰਤਮ ਸਮਾਂ ਲੱਗੇ, ਪਤਾ ਨਹੀਂ ਕਦੋਂ ਆਵਾਜ਼ ਸੁਨੇਹਾ ਆ ਜਾਏ ਤੇ ਮੇਰੀ ਬੇਨਤੀ ਵੀ ਮੇਰੇ ਬੇਟੇ ਨੂੰ ਨਵਾਜਣਾ, ਇਹਨੂੰ ਡਿਊਟੀ ਕਥਾ ਦੀ ਦੇ ਕਰਾਈ ਜਾਣੀ। ਉਹ ਸ਼ਾਹੀ ਕਥਾਵਾਚਕ ਸੀ ਤੇ ਆਖਰ ਕਰ ਜਾਣਾ। ਮੈਂ ਵੀ ਜਦੋਂ ਇੱਥੇ ਲੱਗਾ ਨਾ ਭੜ ਕੇ, ਮੈਨੂੰ 34 ਸਾਲ ਹੋ ਜਾਣੇ ਇੱਥੇ ਮੈਨੂੰ ਬਤੌਰ ਕਥਾਵਾਚਕ ਲੱਗੇ ਨੂੰ। ਤੇ 3 ਫਰਵਰੀ ਨੂੰ ਪਹਿਲਾਂ ਕਥਾ ਕੀਤੀ ਸੀ, ਜਿਨ ਤੁਮ ਭੇਜੇ ਤਿਨੇ ਬੁਲਾਏ 87 ਦੇ ਵਿੱਚ। ਤੇ ਮੈਨੂੰ ਇੱਥੇ ਜਿਹੜੇ ਕਥਾਵਾਚਕ ਸਨ ਗਿਆਨੀ ਦਲੀਪ ਸਿੰਘ, ਉਹਨਾਂ ਨੇ 3-4 ਨੁਕਤੇ ਸਮਝਾਏ ਸਨ ਵੀ ਭਾਈ ਸਾਹਿਬ ਇਹਨਾਂ ਨਿਯਮਾਂ ਦੇ ਮੁਤਾਬਕ ਚੱਲੇਗਾ ਤਾਂ ਸੌਖਾ ਰਹੇਗਾ। ਗਿਆਨੀ ਦਲੀਪ ਸਿੰਘ ਹੋਰਾਂ ਨੇ ਇਸੇ ਤਰ੍ਹਾਂ ਜਿਹੜਾ ਉਹ ਜਾਮਲ ਦਾ ਬਾਪ ਸੀ, ਉਹਨੇ ਆਪਣੇ ਪੁੱਤਰ ਨੂੰ ਆਖਿਆ ਵੀ ਪੁੱਤ ਆੜਾ ਬਾਜ਼ਾਰ ਹੈ ਨਾ ਇਸ ਪਾਸੇ ਦੀ ਜਾਂਦਾ, ਇੱਧਰ ਨਾ ਜਾਈ। ਇਹ ਸੁਭਾਅ ਹੈ ਆਪਣਾ ਗੁਰਮੁਖੋ, ਸਾਰੇ ਆਪਾਂ ਝਾਤੀ ਮਾਰੀ, ਜਿਹੜੀ ਗੱਲ ਤੋਂ ਰੋਕਿਆ ਜਾਏ ਉਹ ਕਰਨ ਨੂੰ ਜੀ ਕਰਦਾ। ਆ ਕਈ ਵਾਰ ਵੇਖਿਆ ਨਾ, ਡਾਕਟਰ ਕਹਿਣਗੇ ਵੀ ਮੀਟ ਨਾ ਖਾਵੀਂ ਤੇ ਕਹਿਣਗੇ ਜੀ 8 ਦਿਨ ਹੀ ਖਾ ਲਿਆ ਕਰੋ, ਘਰ ਭਾਵੇਂ ਮੂੰਗੀ ਦਾਲ ਵੀ ਨਾ ਹੋਵੇ, ਤੇ ਡਾਕਟਰ ਨੂੰ ਕਹਿਣਗੇ 8 ਦਿਨ ਹੀ ਖਾ ਲਿਆ ਕਰਾਂ। ਇਹ ਸੁਭਾਅ ਸਾਡੇ ਮਨ ਦਾ ਵੀ ਇਹਨੇ ਹਰ ਗੱਲ ਉੱਟ ਸੁੱਟਣਾ। ਬਾਪ ਨੇ ਆਖਿਆ ਪੁੱਤ ਬਾਜ਼ਾਰ ਥਾਣੀ ਨਾ ਜਾਈ। ਪਤਾ ਨਹੀਂ ਮਹੀਨਾ ਲੰਘਿਆ, 2 ਮਹੀਨੇ ਲੰਘੇ ਤੇ ਕਹਿਣ ਲੱਗਾ ਬਾਪੂ ਨੇ ਪਤਾ ਨਹੀਂ ਬਾਜ਼ਾਰ ਚੋਂ ਕਿਉਂ ਰੋਕਿਆ, ਵੈਸੇ ਜੀ ਉਧਰ ਜਾਣਾ ਵਾ ਨਾ ਜਿੱਥੇ ਕਥਾ ਹੁੰਦੀ ਤੇ ਇਹ ਰਾਹ ਰਸਤਾ ਲਾਗੇ ਪੈਂਦਾ। ਮਨ ਜਿੱਤ ਗਿਆ, ਜਾਮਲ ਹਾਰ ਗਿਆ। ਉਸ ਬਾਜ਼ਾਰ ਥਾਣੀ ਲੰਘਣ ਲੱਗਾ ਤੇ ਵੇਸਵਾ ਤੇ ਨਿਗਾਹ ਪਈ ਤੇ ਗੁਰਮੁਖੋ ਕਥਾ ਵੀ ਭੁੱਲ ਗਈ, ਪਿਓ ਵੀ ਭੁੱਲ ਗਿਆ ਤੇ ਸਾਰਾ ਕੁਝ ਭੁੱਲ ਗਿਆ। ਕਥਾ ਵਜ ਲੋਕਾਂ ਨੂੰ ਸਿੱਖਿਆ ਦੇਣ ਵਾਲਾ, ਆਪਣਾ ਗਿਆਨ ਵੀ ਭੁੱਲ ਗਿਆ, ਪਿਓ ਤੇ ਆਪਣੀ ਪੱਗ ਵੀ ਭੁੱਲ ਗਈ, ਵੇਸਵਾ ਦਾ ਹੋ ਗਿਆ। ਰਾਜੇ ਨੂੰ ਪਤਾ ਲੱਗਾ, ਰਾਜੇ ਨੇ ਪਿਆਰ ਨਾਲ ਅੰਦਰ ਵਾੜ ਕੇ ਆਖਿਆ ਵੀ ਜਾਮਲ ਅਸੀਂ ਖਾਨਦਾਨ ਤੁਹਾਡਾ ਸਾਡਾ ਸੰਬੰਧ ਹੈ, ਤੁਹਾਡੇ ਪਿਓ ਦਾਦੇ ਸਾਡੇ ਕੋਲ ਕਥਾ ਕਰਦੇ ਰਹੇ, ਮੈਂ ਤੇਰਾ ਸਨਮਾਨ ਕਰਦਾ ਤੇ ਤੈਨੂੰ ਮੈਂ ਬੇਨਤੀ ਕਰਦਾ, ਭਾਵੇਂ ਮੈਂ ਰਾਜਾ ਹਾਂ, ਤੇਰੇ ਖਾਨਦਾਨ ਤੇਰੇ ਵਡੇਰਿਆਂ ਦੇ ਕਰਕੇ ਵੀ ਇਹ ਕੰਮ ਛੱਡ ਦੇ। ਮੈਨੂੰ ਸ਼ਿਕਾਇਤ ਮਿਲੀ ਵੀ ਤੂੰ ਵੇਸਵਾ ਕੋਲ ਜਾਣਾ ਤੇ ਜੇ ਨਹੀਂ ਤੇ ਮੇਰੇ ਸ਼ਹਿਰ ਚੋਂ ਬਾਹਰ ਨਿਕਲ ਜਾ। ਕਹਿਣ ਲੱਗਾ ਵੇਸਵਾ ਨਹੀਂ ਛੱਡਣੀ, ਤੇਰਾ ਸ਼ਹਿਰ ਛੱਡ ਦਾਂਗਾ। ਵੇਸਵਾ ਨਹੀਂ ਛੱਡਣੀ, ਤੇਰਾ ਸ਼ਹਿਰ ਛੱਡਿਆ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਬੜੀ ਲੰਮੀ ਚੌੜੀ ਕਥਾ ਹੈ। ਚਿੜੀਆਂ ਮਾਰ ਮਾਰ ਕੇ ਨਿਖਾਣੀਆਂ ਕੋ ਉੱਥੇ ਨਾ ਕੋ ਕਰਨਾ ਬਾਹਰ, ਰੱਬ ਨੇ ਕਿਰਪਾ ਕੀਤੀ, ਬਹਾਨਾ ਬਣਿਆ। ਪਰਮੇਸ਼ਰ ਦੇ ਪਿਆਰਿਆਂ ਦੀ ਮੰਡਲੀ ਜਾਲੀ ਤੇ ਜਿਵੇਂ ਪਹਿਲਾਂ ਮੈਂ ਬੇਨਤੀ ਕੀਤੀ, ਕਣੀਆਂ ਲੈ ਪਈਆਂ ਤੇ ਮਹਾਤਮਾ ਉਹਦੇ ਉੱਥੇ ਕੁੜੀਆਂ ਕੋਲ ਆ ਗਏ, ਛੱਪਰ ਕੋਲ ਆ ਗਏ, ਕਹਿ ਲਓ ਝੌਂਪੜੀ ਕੋਲ ਆ ਗਏ। ਪੁਰਾਣੇ ਸੰਸਕਾਰ ਜਾਗੇ, ਰੋ ਪਿਆ ਭੁੱਬਾਂ ਮਾਰ ਕੇ, ਬਾਬਾ ਜੀ ਮੈਂ ਕੀ ਦੱਸਾਂ, ਮੇਰੇ ਕੋ ਪਾਪ ਮੇਰੇ ਅੱਗੇ ਆਏ, ਆ ਮੇਰੀ ਕੀ ਹਾਲਤ ਹੈ ਤੇ ਮੇਰੇ ਤੇ ਕਿਰਪਾ ਕਰੋ, ਕੋ ਮੈਨੂੰ ਸਿੱਖਿਆ ਦਿਓ। ਜਿਹੜਾ ਲੋਕਾਂ ਨੂੰ ਸਿੱਖਿਆ ਦਿੰਦਾ ਸੀ, ਨੇ ਕਹਿਣ ਲੱਗਾ ਮੈਨੂੰ ਸਿੱਖਿਆ ਦਿਓ। ਤੇ ਉਹ ਜਿਹੜੀ ਵੇਸਵਾ ਸੀ ਨਾ, ਉਹ ਬਾਹਰ ਨੂੰ ਗਈ ਤੇ ਵੇਖਿਆ ਵੀ ਇਹ ਬੀਬੀ ਗਰਭਵਤੀ ਹੈ, ਉਮੀਦ ਹੈ ਬੱਚੇ ਦੀ। ਕਹਿਣ ਲੱਗੇ ਜਾਮਲ ਹੋਰ ਤਾਂ ਕੋਈ ਤਰੀਕਾ ਨਹੀਂ, ਜਿਹੜਾ ਤੇਰੇ ਘਰ ਨਵਾਂ ਜੀ ਆਵੇਗਾ ਇਹਦਾ ਨਾਂ ਨਰਾਇਣ ਰੱਖਦੀ। ਜਿਹੜਾ ਤੇਰੇ ਘਰ ਨਵਾਂ ਜੀ ਆਉਣਾ ਨਾ, ਬੱਚਾ ਬੱਚੀ, ਨਰਾਇਣ ਰੱਖਦੀ। ਉੱਥੇ ਬਹੁਤ ਲੰਮੀ ਚੌੜੀ ਵਾਰ-ਵਾਰ ਮੈਂ ਲਫ਼ਜ਼ ਵਰਤਨੇ ਆ। ਪੁੱਤਰ ਪੈਦਾ ਹੋਇਆ ਤੇ ਨਾਂ ਰੱਖਿਆ ਨਰਾਇਣ। ਜਦੋਂ ਜਾਨ ਨਿਕਲਣ ਲੱਗੀ, ਕੜਲਾਂ ਪਈਆਂ ਤੇ ਆਖਿਆ ਪੁੱਤ ਨਰਾਇਣ ਛੜਾ। ਨਰਾਇਣ ਕਹਿਣ ਦੇ ਨਾਲ ਧਰਮ ਗ੍ਰੰਥ ਕਹਿੰਦੇ ਵੀ ਉਹਦੀ ਮੁਕਤੀ ਹੋ ਗਈ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਏ ਨਸਤਾਰ। ਨਿਮਖ ਦਾ ਭਾਵ ਦਾ ਅੱਖ ਚਮਕਣ ਦੇ ਵਿੱਚ ਪਰਮਾਤਮਾ ਦਾ ਨਾਮ ਕਰਕੇ ਜਿਹਨੂੰ ਦੁਨੀਆ ਜਾਣਦੀ ਨੇ, ਵੱਡਾ ਮਸ਼ਹੂਰ ਪਾਪੀ ਅੱਖ ਦੇ ਚਮਕਣ ਦੇ ਵਿੱਚ ਉਸ ਸੰਸਾਰ ਤੋਂ ਤਰ ਗਿਆ। ਨਾਨਕ ਕਹਿਤ ਚੇਤ ਚਿੰਤਾ ਮਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਭੈੜ ਚਿੰਤਾ ਨੂੰ ਮਿਟਾਉਣ ਵਾਲਾ ਨਾ। ਜਦੋਂ ਅਸੀਂ 14 ਰਤਨਾਂ ਦਾ ਪੁਰਾਣਿਆਂ ਜ਼ਿਕਰ ਕਰਦੇ ਹਾਂ ਨਾ, ਜਿਹੜੇ ਸਮੁੰਦਰ ਚੋਂ ਨਿਕਲੇ ਉਹਨਾਂ ਚੋਂ ਇੱਕ ਚਿੰਤਾਮਣੀ ਵੀ ਹੈ, ਚਿੰਤਾ ਨੂੰ ਦੂਰ ਕਰਨ ਵਾਲੀ। ਪਤਾ ਨਹੀਂ ਹੋਇਆ ਕਿ ਨਹੀਂ, ਕੇਵਲ ਮਿਥਿਆ ਹੈ, ਇਮੈਜਨ ਕੀਤੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦਾ ਨਾਮ ਚਿੰਤਾਮਣੀ ਹੈ, ਇਹ ਤੇਰੀਆਂ ਚਿੰਤਾ ਨੂੰ ਦੂਰ ਕਰ ਦੇਗਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਤੇ ਇਹ। ਤੂੰ ਚੇਤਨ ਕਰ, ਤੇਰੀ ਚਿੰਤਾ ਮਿਟ ਜਾਏਗੀ।
ਆ ਚਿੰਤਨ ਤੇ ਚਿੰਤਾ ਗੁਰਮੁਖੋਂ ਮਿਲਵੇਂ ਸ਼ਬਦ ਨੇ। ਚਿੰਤਨ ਦਾ ਭਾਵ ਹੁੰਦਾ ਤੂੰ ਪਰਮਾਤਮਾ ਦਾ ਚਿੰਤਨ ਕਰ, ਚਿੰਤਾ ਨਹੀਂ ਰਹੇਗੀ। ਤੇ ਜੇ ਚਿੰਤਨ ਨਹੀਂ ਤੇ ਫਿਰ ਚਿੰਤਾ ਬਣੀ ਰਹੇਗੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਨਕ ਕਹਿਤ ਚੇਤ ਚਿੰਤਾ ਮਨ। ਜਿਹੜਾ ਚਿੰਤਾ ਨੂੰ ਦੂਰ ਕਰਨ ਵਾਲਾ ਪਰਮਾਤਮਾ ਭਾਈ ਵਿਜੇ ਰਾਮ, ਉਹਨੂੰ ਚੇਤੇ ਕਰਨਾ ਕਰ। ਤੈ ਪੀ ਉਤਰਹਿ ਪਾਰਾ। ਦਿਲ ਨਾ ਛੱਡ, ਘਬਰਾ ਨਾ, ਤੂੰ ਵੀ ਸੰਸਾਰ ਸਾਗਰ ਤੋਂ ਬੰਨੇ ਲੱਗ ਜਾਏਗਾ। ਇਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਵੱਖ-ਵੱਖ ਉਦਾਹਰਨਾਂ ਦੇ ਕਰਕੇ। ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ, ਮਹਾਰਾਜ ਜਿਵੇਂ ਧਰੂ ਨੂੰ ਤਾਰਿਆ ਹੈ, ਜਿਵੇਂ ਬੇਸਵਾ ਨੂੰ ਤਾਰਿਆ ਹੈ, ਜਿਵੇਂ ਅਜਾਮਲ ਤੇ ਕਿਰਪਾ ਕੀਤੀ ਇਹ ਸਾਡੇ ਤੇ ਵੀ ਕਰ। ਸਤਿਗੁਰੂ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ ਜੀ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਪੀ ਉਤਰੈ ਪਾਰਾ। ਵਾਹਿਗੁਰੂ ਜੀ ਕਾ ਖਾਲਸਾ,